ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਸੋ ਲੇਟੈਸਟ ਅਪਡੇਟਸ ਲੈ ਕੇ ਅਸੀਂ ਹਾਜ਼ਰ ਹਾਂ ਤੇ ਤੁਹਾਡੇ ਬਹੁਤ ਸਾਰੇ ਸਵਾਲ ਸਾਡੇ ਤੱਕ ਆਉਂਦੇ ਨੇ, ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਜੀ ਸ਼ੋ ਦੇ ਵਿੱਚ। ਸੋ ਸ਼ੋ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਵੇਖਣਾ ਤੇ ਸੁਣਨਾ। ਤੇ ਅੱਜ ਦੀ ਡਿਸਕਸ਼ਨ ਦੇ ਲਈ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ SAS ਮੋਹਾਲੀ ਤੋਂ ਮਿਸਟਰ ਸੁਭਾਸ਼ ਮਹਾਜਨ ਜੀ ਨੂੰ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ ਜੀ। ਸਭ ਤੋਂ ਪਹਿਲਾਂ ਅਗਰ ਅਪਡੇਟਸ ਦੀ ਗੱਲ ਕਰੀਏ ਤਾਂ ਕੈਨੇਡਾ ਦੀ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੂੰਗੀ। ਦੇਖਣ ਨੂੰ ਆ ਰਿਹਾ ਹੈ ਕਿ ਚੰਗੀਆਂ SDS ਪ੍ਰੋਫਾਈਲ ਦੇ ਉੱਪਰ ਵੀ ਰਿਫਿਊਜ਼ਲ ਆ ਰਿਹਾ ਤੇ ਨੌਨ SDS ਪ੍ਰੋਫਾਈਲ ਦੇ ਉੱਪਰ ਵੀਜ਼ਾ ਵੀ ਆ ਰਹੇ ਨੇ। ਇਹ ਕੀ ਪ੍ਰੋਸੈਸ ਹੈ? ਜੀ ਬਿਲਕੁਲ, ਜਿਵੇਂ ਹੁਣ ਤੁਸੀਂ ਗੱਲ ਹੀ ਕੈਨੇਡਾ ਦੀ ਸਟਾਰਟ ਕਰ ਰਹੀ ਹੈ ਰਿਜ਼ਲਟ ਦੇ ਉੱਤੇ। ਹੁਣ ਐਕਚੁਅਲੀ ਕੀ ਹੈਗਾ, ਕੈਨੇਡਾ ਦਾ ਰਿਜ਼ਲਟ ਦੇਖਣ ਨੂੰ ਆ ਰਿਹਾ ਕਿ ਬੱਚੇ ਦੀ ਫਾਈਲ ਅਸੀਂ ਅੱਜ ਹੀ ਲਾਂਚ ਕੀਤੀ ਹੈ। ਬੱਚੇ ਦੇ 2 ਦਿਨ ਬਾਅਦ ਬਾਇਓਮੈਟ੍ਰਿਕ ਹੈ। ਜੇ ਬੱਚਾ ਬਾਇਓਮੈਟ੍ਰਿਕ ਕਰਾ ਕੇ ਨੀਚੇ ਵੀ ਨਹੀਂ ਆ ਰਿਹਾ ਹੁੰਦਾ ਤਾਂ ਐਮਬੈਸੀ ਨੇ ਉਸੇ ਟਾਈਮ ਹੀ ਰਿਜ਼ਲਟ ਦੇ ਦਿੱਤਾ। ਐਕਚੁਅਲੀ ਕੀ ਹੈਗਾ ਕਿ ਜੋ ਅਕੋਰਡਿੰਗ ਟੂ ਆਵਰ ਐਕਸਪੀਰੀਅੰਸ ਸਾਨੂੰ ਲੱਗਦਾ ਹੈ ਕਿ ਇਸ ਟਾਈਮ ਜੋ ਵੀ ਕੈਨੇਡਾ ਦੇ ਡਿਸੀਜਨਸ ਆ ਰਹੇ ਹੈ ਆਲ ਦੇ ਆਰ ਕੰਪਿਊਟਰਾਈਜ਼ਡ, ਕਿਉਂਕਿ ਪ੍ਰੋਪਰ ਟਾਈਮ ਹੀ ਨਹੀਂ ਲੱਗ ਰਿਹਾ ਉਹਨਾਂ ਨੂੰ ਫਾਈਲ ਕਹਿ ਲਓ ਕਿ ਐਕਚੁਅਲੀ ਤੁਸੀਂ ਆਪ ਸਮਝੋ ਨਾ ਇੱਕ ਚੀਜ਼ ਨੂੰ। ਹੁਣ ਜਦੋਂ ਪਹਿਲੇ ਕਹਿੰਦੇ ਸੀ ਕਿ ਕੈਨੇਡਾ ਦੇ ਪ੍ਰੋਸੈਸ ਬਹੁਤ ਡਿਲੇ ਹੈ ਬਿਕੋਜ਼ ਉਹਨਾਂ ਨੂੰ ਜੇ ਆਪਾਂ ਘੱਟੋ ਘੱਟ ਜਿੰਨੇ ਵੀ ਪੇਪਰ ਵਰਕ ਰੈਡੀ ਕੀਤਾ ਉਹਨਾਂ ਨੂੰ ਪ੍ਰੋਪਰ ਉਸ ਚੀਜ਼ ਨੂੰ ਕ੍ਰੋਸ ਚੈੱਕ ਤਾਂ ਕਰਨਾ ਚਾਹੀਦਾ, SOP ਨੂੰ ਕਰਨਾ ਚਾਹੀਦਾ। ਹੁਣ ਤੁਸੀਂ ਆਪ ਸੋਚੋ ਕਿਹੜੀ ਇੱਦਾਂ ਦਾ ਮੈਨ ਪਾਵਰ ਆ ਗਿਆ ਉਹਨਾਂ ਕੋਲ ਕਿ ਜਿਹੜੀ ਹਾਰਡਲੀ ਵਿਦਿਨ ਸੇਮ ਡੇ ਹੀ ਤੁਹਾਨੂੰ ਡਿਸੀਜਨ ਦੇ ਰਿਹਾ। ਔਰ ਇਹ ਵੀ ਨਹੀਂ ਹੈਗਾ ਕਿ ਲਿਮਿਟਡ ਬੱਚੇ ਰਿਫਿਊਜ਼ ਕਰ ਰਿਹਾ। ਹੇਅਰਸ ਅ ਨੰਬਰ ਆਫ ਕਲਾਇੰਟਸ, ਨੰਬਰ ਆਫ ਕੁਐਰੀਜ਼ ਇੱਦਾਂ ਦੀ ਆ ਰਹੀ ਹੈ ਕਿ ਭਾਈ ਸਾਹਿਬ ਅਸੀਂ ਅੱਜ ਫਾਈਲ ਲਗਾਈ ਹੈ, ਸਾਡੇ ਫਿੰਗਰਪ੍ਰਿੰਟਸ ਹੋਇਆ, ਨਾਲ ਹੀ ਰਿਫਿਊਜ਼। ਉਹ ਕੁਝ ਕੁ ਬੱਚਿਆਂ ਦੀ ਕੁਐਰੀਜ਼ ਇਵੇਂ ਦੀ ਆਈ ਹੈ ਕਿ ਹਜੇ ਤਾਂ ਫਾਈਲ ਲੱਗੀ ਹੈ, ਸਾਡੇ ਫਿੰਗਰਪ੍ਰਿੰਟਸ ਅਜੇ ਹਫ਼ਤੇ ਬਾਅਦ ਸੀ, ਸਾਨੂੰ ਪਹਿਲੇ ਰਿਫਿਊਜ਼ ਕਰ ਦਿੱਤਾ। ਇਸ ਟਾਈਮ ਕੀ ਹੈਗਾ ਕਿ ਅੰਬੈਸੀ ਦੇ ਸਿਨੈਰੀਓ ਨੂੰ ਸਮਝ ਨਹੀਂ ਲੱਗ ਰਿਹਾ ਹੁਣ। ਬਟ ਜਿਵੇਂ ਤੁਸੀਂ ਦੂਸਰੀ ਗੱਲ ਕੀਤੀ ਹੈ ਕਿ 105 ਜਾਂ 205 ਵੀਜ਼ਾ ਵੀ ਆ ਰਿਹਾ, ਸੋ ਕਿਤੇ ਨਾ ਕਿਤੇ ਇਸ ਟਾਈਮ ਮੈਂ ਉਹ ਬੱਚਿਆਂ ਨੂੰ ਦੁਬਾਰਾ ਇੱਕ ਕਹਿ ਲਓ ਕਿ ਰੀਗੇਨਿੰਗ ਬੂਸਟ ਕਰਨਾ ਚਾਹੁੰਦਾ ਕਿ ਜੇ ਤੁਸੀਂ ਇੱਕ ਵਾਰ ਰਿਫਿਊਜ਼ ਹੋ ਚੁੱਕੇ ਹੋ, ਇਹ ਨਾ ਸੋਚੋ ਕਿ ਤੁਹਾਡਾ ਉਸ ਕੰਟਰੀ ਦਾ ਦਰਵਾਜ਼ਾ ਬੰਦ ਹੋ ਗਿਆ, ਤੁਸੀਂ ਦੁਬਾਰਾ ਰੀਅਪਲਾਈ ਨਹੀਂ ਕਰ ਸਕਦੇ। ਸੋ ਇੱਕ ਵਾਰੀ ਤੁਸੀਂ ਸਾਡੇ ਕੋਲ ਵਿਜ਼ਿਟ ਕਰੋ, ਜੋ ਤੁਹਾਡੀ ਰਿਫਿਊਜ਼ਲ ਦੇ ਐਕਚੁਅਲ ਗਰਾਊਂਡ ਸੀ ਅਸੀਂ ਉਹਨਾਂ ਨੂੰ ਰੀਵਰਕ ਕਰਕੇ ਤੁਹਾਡਾ ਵੀਜ਼ਾ ਲੈ ਸਕਦੇ ਹਾਂ। ਜੀ 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 ਬਿਲਕੁਲ। ਸੋ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਜੀ ਸ਼ੋਅ ਦੇ ਦੌਰਾਨ, ਤਾਂ ਅਸੀਂ ਕਾਲ ਰਿਸੀਵ ਕਰਾਂਗੇ ਹੀ। ਨਾਲ ਦੀ ਨਾਲ ਤੁਸੀਂ SAS ਮੋਹਾਲੀ ਦੀ ਟੀਮ ਦੇ ਨਾਲ ਵੀ ਰਾਬਤਾ ਕਾਇਮ ਕਰ ਸਕਦੇ ਹੋ ਸ਼ੋਅ ਤੋਂ ਬਾਅਦ ਵੀ। ਤੇ ਸੈਕਟਰ 3B2 ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ, ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰ ਸਕਦੇ ਹੋ। ਕਾਲ ਅਸੀਂ ਰਿਸੀਵ ਕਰ ਲੈਂਦੇ ਹਾਂ ਪਹਿਲੀ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਹਰਵਿੰਦਰ ਗੱਲ ਕਰ ਰਿਹਾ ਜੀ। ਹਾਂਜੀ, ਮੈਂ ਬਰਨਾਲਾ ਤੋਂ ਗੱਲ ਕਰ ਰਿਹਾ ਜੀ। ਠੀਕ ਹੈ। ਹਾਂਜੀ ਹਰਵਿੰਦਰ ਜੀ, ਕੀ ਸਵਾਲ ਹੈ ਤੁਹਾਡਾ? ਮੇਰਾ ਜੀ ਸਵਾਲ ਹੈ ਜੀ, ਮੇਰੇ ਨਾ ਇੱਕ ਰਿਫਿਊਜ਼ਲ ਹੈ ਜੀ। ਓਕੇ। ਹਾਂਜੀ, ਕੈਨੇਡਾ ਦੇ ਵਿੱਚ ਜੀ। ਪ੍ਰੋਫਾਈਲ ਆਪਣੀ ਦੱਸ ਦਿਓ। ਐਜੂਕੇਸ਼ਨ ਮੇਰੀ +2 2020 ਦੀ ਹੈ ਜੀ। ਓਕੇ, ਠੀਕ ਹੈ। ਹਾਂਜੀ, 105 ਹੈ ਜੀ। ਓਵਰਆਲ +2 2020 20। ਓਕੇ, ਓਵਰਆਲ 6। ਹਾਂਜੀ, 1 ਚ 5.5 ਨੇ। ਕੈਨੇਡਾ ਇੱਕ ਰਿਫਿਊਜ਼ਲ ਆ ਚੁੱਕੀ ਹੈ। ਦੁਬਾਰਾ ਕੈਨੇਡਾ ਅਪਲਾਈ ਕਰ ਸਕਦਾ ਜੀ? ਓਕੇ, ਹਾਂਜੀ। ਹਰਵਿੰਦਰ ਜੀ ਤੁਸੀਂ ਰਿਫਿਊਜ਼ ਕਦੋਂ ਹੋਏ ਹੋ? ਜੀ ਮੈਂ 21 ਦੇ ਵਿੱਚ ਰਿਫਿਊਜ਼ ਹੋਇਆ ਜੀ। ਠੀਕ ਹੈ। ਕਾਲਜ ਕਿਹੜਾ ਸੀ ਤੁਹਾਡਾ? ਮੇਰਾ ਜੀ ਸੈਂਟ ਕਲੇਅਰ ਸੀ। ਸੈਂਟ ਕਲੇਅਰ ਜੀ, ਬਿਲਕੁਲ। ਐਕਚੁਅਲ ਜੀ ਹਰਵਿੰਦਰ ਜੀ, ਤੁਸੀਂ ਜੋ ਪਹਿਲਾ ਤੁਹਾਡਾ ਕੁਐਸਚਨ ਸੀ ਕਿ ਤੁਸੀਂ ਇਸ ਪ੍ਰੋਫਾਈਲ ਦੇ ਨਾਲ ਦੁਬਾਰਾ ਕੈਨੇਡਾ ਅਪਲਾਈ ਕਰ ਸਕਦੇ ਹੋ ਜੀ, ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਤੁਸੀਂ ਰਿਫਿਊਜ਼ ਹੋ ਜਾਂਦੇ ਹੋ ਇੱਕ ਵਾਰ, ਇਹ ਨਹੀਂ ਹੈਗਾ ਤੁਸੀਂ ਆਪਣੇ ਰਿਫਿਊਜ਼ਲ ਲੈਟਰ ਨੂੰ ਧਿਆਨ ਨਾਲ ਪੜ੍ਹੋ। ਉਹਨਾਂ ਨੇ ਲਾਸਟ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਬਹੁਤ ਧੰਨਵਾਦ ਜੇ ਤੁਸੀਂ ਆਪਣਾ ਟਾਈਮ ਦਿੱਤਾ, ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਤੁਹਾਨੂੰ ਅਸੀਂ ਡਿਸੀਜਨ ਦਿੱਤਾ ਹੈ ਤੁਸੀਂ ਇਹਦੇ ਤੋਂ ਸੈਟੀਸਫਾਈ ਨਹੀਂ ਹੋ ਤਾਂ ਤੁਸੀਂ ਅਗੇਨ ਰੀਅਪਲਾਈ ਕਰ ਸਕਦੇ ਹੋ। ਹੁਣ ਦੇਖੋ ਹਰਵਿੰਦਰ ਜੀ, ਹੋ ਸਕਦਾ ਦੇਖੋ ਇਹ ਨਹੀਂ ਹੈਗਾ ਕਿ ਸੈਂਟ ਕਲੇਅਰ ਮਾੜਾ ਕਾਲਜ ਹੈ, ਤੁਸੀਂ ਉਹ ਤੋਂ ਰਿਫਿਊਜ਼ ਹੋ ਗਏ ਹੋ ਤਾਂ ਦੁਬਾਰਾ ਕੁਝ ਨਹੀਂ ਹੋ ਸਕਦਾ। ਹੁਣ ਜ਼ਿਆਦਾਤਰ ਬੱਚਿਆਂ ਦੀ ਰਿਫਿਊਜ਼ਲ ਦਾ ਕਾਰਨ ਕੀ ਹੁੰਦਾ ਕਿ ਯਾਰ ਏਜੰਟ ਨੇ ਉਹਨੂੰ 105 ਤਾਂ ਸੀ ਪਰ ਬਟ ਕਾਲਜ ਉਹਨੂੰ ਪ੍ਰਾਈਵੇਟ ਦੇ ਦਿੱਤਾ। ਹੁਣ ਇੱਥੇ ਕੀ ਹੈਗਾ ਕਿ ਕਾਲਜ ਵੀ DLI ਅਪਰੂਵ ਹੈ, ਵਰਕਿੰਗ ਰਾਈਟਸ ਵੀ ਹੈਗੇ ਆ। ਹੁਣ ਇੱਥੇ ਦੇਖਣਾ ਪਊਗਾ ਕਿ ਇਹਨਾਂ ਦੇ ਰਿਫਿਊਜ਼ਲ ਦੇ ਉੱਤੇ ਕੋਰਸ ਦੀ ਰੈਲੀਵੈਂਸੀ ਤਾਂ ਨਹੀਂ ਹੈਗੀ, ਤੁਹਾਡੀ ਫਾਈਲ ਦੀ ਰਿਪਰੈਜ਼ੈਂਟੇਸ਼ਨ SOP ਮਾੜੀ ਤਾਂ ਨਹੀਂ ਲਿਖੀ ਗਈ, ਪਲੱਸ ਜੋ ਤੁਹਾਡੇ ਫਾਈਨੈਂਸ਼ੀਅਲ ਸੀ। ਜੋ ਮੈਂ ਤੁਹਾਨੂੰ ਇੱਕ ਕਹਿ ਲਓ ਕਿ ਅੱਜ ਦੇ ਸ਼ੋਅ ਦਾ ਮੇਜਰ ਟੌਪਿਕ ਹੈਗਾ ਕਿ ਜੋ ਅਸੀਂ ਕੈਨੇਡਾ ਦੀ ਰਿਫਿਊਜ਼ਲ ਦਾ ਜੋ ਅਸੀਂ ਨੋਟਿਸ ਕੀਤਾ ਉਹਦਾ ਮੇਜਰ ਕਾਰਨ ਨਹੀਂ ਤੁਹਾਡੇ ਫਾਈਨੈਂਸ਼ੀਅਲ ਜਾਂ ਸੋਰਸ ਆਫ ਰੀਜ਼ਨ ਹੈ। ਹੁਣ ਦੇਖੋ ਐਕਚੁਅਲੀ ਕੀ ਹੈ, ਤੁਹਾਨੂੰ ਇੱਕ ਚੀਜ਼ ਸਮਝਾਉਂਦਾ ਮੈਮ, ਕੀ ਹੈ ਕਿ ਅੱਜ ਦੇ ਟਾਈਮ ਤੇ ਸਾਲ ਦੀ ਫੀਸ ਵੀ ਹਰ ਕੋਈ ਭਰ ਰਿਹਾ, GIC ਵੀ ਹਰ ਕੋਈ ਭਰ ਰਿਹਾ, ਔਰ ਉਸੇ ਪੈਟਰਨ ਦੇ ਵਿੱਚ ਹਰ ਕੋਈ ਬੰਦਾ ਫਾਈਲ ਵੀ ਲਗਾ ਰਿਹਾ। ਪਰ ਬਟ ਵੀਜ਼ਾ ਆਫਿਸਰ ਅੱਜ ਦੇ ਟਾਈਮ ਤੇ ਦੇ ਆਰ ਵੈਰੀ ਸ਼ਾਰਪ। ਉਹ ਦਿਖਦੇ ਹੈ ਕਿ ਬੱਚੇ ਦਾ ਜੋ ਦਿਮਾਗ ਦੀ ਸਥਿਤੀ ਹੈ ਕਿ ਕੈਨੇਡਾ ਨੂੰ ਲੈ ਕੇ ਕਿੰਨੀ ਕੁ ਜ਼ਿਆਦਾ ਉਹਨੇ ਇਸ ਚੀਜ਼ ਨੂੰ
ਪ੍ਰੈਫਰੈਂਸ ਦਿੱਤੀ ਹੈ। ਹੁਣ ਓਵਰਆਲ ਕੀ ਹੁੰਦਾ ਹੈ ਕਿ ਬੱਚੇ ਨੇ ਜਿੱਦਾਂ ਸਾਲ ਦੀ ਫੀਸ ਭਰਤੀ, GIC ਭਰ ਦਿੱਤਾ, ਠੀਕ ਹੈ। ਬਟ ਐਸ ਪਰ ਦਾ ਫਾਈਨੈਂਸ਼ੀਅਲ ਓਰੀਜਨ ਉਹਦੀ ਕੋਈ ITR ਇੰਨੀ ਨਹੀਂ ਹੁੰਦੀ, ਤੇ ਉਹ ਵੀਜ਼ਾ ਆਫਿਸਰ ਦੇਖਦਾ ਯਾਰ ਇਹਨਾਂ ਦੀ ਇੰਨਾ ਏਜ ਫੈਕਟਰ ਹੋ ਗਿਆ ਹੈ, ਇਹ ਅੱਜ ਬਾਹਰ ਜਾਣਗੇ, ਅੱਜ ਹੀ ਇਹਨਾਂ ਦੀ ਪਹਿਲੀ ITR ਹੈ, ਦੇ ਆਰ ਨੋਟ ਏ ਪ੍ਰੋਪਰਲੀ ਸਿਵਲਾਈਜ਼ਡ ਕੰਸਰਨਸ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ। ਸੋ ਬਾਕੀ ਹਰਵਿੰਦਰ ਜੀ ਓਵਰਆਲ ਤੁਸੀਂ ਇਸ ਪ੍ਰੋਫਾਈਲ ਦੇ ਨਾਲ ਕੈਨੇਡਾ ਵੀਜ਼ਾ ਵੀ ਲੈ ਸਕਦੇ ਹੋ, ਪਰ ਬਟ ਜੋ ਤੁਸੀਂ ਦੱਸ ਰਹੇ ਹੋ ਕਿ 20 ਤੋਂ ਬਾਅਦ 21 'ਚ ਤੁਸੀਂ ਰਿਫਿਊਜ਼ ਹੋਏ ਹੋ, 21 ਤੋਂ ਲੈ ਕੇ ਹੁਣ ਤੱਕ ਤੁਸੀਂ ਕੀ ਕੀਤਾ, ਬਿਕੋਜ਼ 21 ਤੋਂ ਪਹਿਲੇ ਤੱਕ ਦਾ ਤੁਹਾਡਾ ਅਸੀਂ ਕੋਈ ਰਿਕਾਰਡ ਤਾਂ ਉੱਥੇ ਚੇਂਜ ਨਹੀਂ ਕਰ ਸਕਦੇ, ਕਿਉਂਕਿ ਜੋ ਤੁਹਾਡੀ ਇੱਕ ਵਾਰੀ ਫਾਈਲ ਲੱਗ ਗਈ ਹੈ 20 ਤੋਂ 21 ਉਹਦੇ ਵਿੱਚ ਆਪਾਂ ਕਿਸੇ ਤਰ੍ਹਾਂ ਦੀ ਰੀਮੇਕਿੰਗ ਨਹੀਂ ਕਰ ਸਕਦੇ। ਪਰ ਬਟ ਆਫਟਰ 21 ਤੋਂ ਟਿਲ ਨਾਓ ਜੇ ਅਸੀਂ ਪ੍ਰੋਪਰਲੀ ਜਸਟੀਫਿਕੇਸ਼ਨ ਦੇ ਦਿੰਦੇ ਹਾਂ ਤਾਂ ਡੈਫੀਨੇਟਲੀ ਵੀ ਗੈਟ ਦਾ ਸਕਸੈਸ ਕਿ ਅਸੀਂ ਅੱਛੇ ਮੁਕਾਮ ਤੱਕ ਪਹੁੰਚ ਸਕਦੇ ਹਾਂ। ਜੀ 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 ਬਿਲਕੁਲ ਸਹੀ ਗੱਲ ਤੁਸੀਂ ਕਹੀ, ਕਿਉਂਕਿ ਅਕਸਰ ਅਸੀਂ ਇਹ ਵੀ ਚੀਜ਼ ਦੇਖਦੇ ਹਾਂ ਕਿ ਜਿਨ੍ਹਾਂ ਦੇ 7 ਬੈਂਡ ਤੱਕ ਆ ਜਾਣ, ਜਿਨ੍ਹਾਂ ਦੀ ਪਰਸੈਂਟੇਜ ਅੱਛੀ ਹੁੰਦੀ, ਉਹਨਾਂ ਨੂੰ ਆਪਣੇ ਆਪ ਵਿੱਚ ਵੈਸੇ ਓਵਰ ਕੌਨਫੀਡੈਂਸ ਵੀ ਹੋ ਜਾਂਦਾ ਕਿ ਵੀ ਸਟੂਡੈਂਟਸ ਨੂੰ ਕਿ ਯਾਰ ਸਾਡਾ ਤਾਂ ਰਿਫਿਊਜ਼ਲ ਲੱਗ ਹੀ ਨਹੀਂ ਸਕਦਾ, ਅਸੀਂ ਤਾਂ ਜਿੱਥੇ ਵੀ ਅਪਲਾਈ ਕਰਾਂਗੇ ਸਾਡਾ ਵੀਜ਼ਾ ਲੱਗ ਜਾਏਗਾ। ਸੋ ਇਸ ਲਈ ਬਾਕੀ ਚੀਜ਼ਾਂ ਵੀ ਬਹੁਤ ਮੈਟਰ ਕਰਦੀਆਂ, ਕੋਰਸ ਰੈਲੀਵੈਂਸੀ, ਕਿੱਥੇ ਅਪਲਾਈ ਕਰ ਰਹੇ ਹੋ, SOP ਵਿੱਚ ਕੀ ਕੁਝ ਲਿਖਿਆ ਗਿਆ, ਕੀ ਸਭ ਚੀਜ਼ਾਂ ਜਸਟੀਫਾਈ ਹੋ ਪਾ ਰਹੀਆਂ ਨੇ। ਇਸ ਲਈ ਇੱਕ ਚੰਗੇ ਕੰਸਲਟੈਂਟ ਦੀ ਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਇੱਕ ਚੰਗੇ ਕੰਸਲਟੈਂਟ ਥਰੂ ਹੀ ਆਪਣੀ ਫਾਈਲ ਪ੍ਰੋਸੈਸ ਕਰਵਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ। ਗੱਲ ਆਪਾਂ ਫਿਲਹਾਲ ਕੈਨੇਡਾ ਦੀ ਕਰ ਰਹੇ ਹਾਂ, ਤਾਂ ਜ਼ਰੂਰ ਇੱਥੇ ਮੈਂ ਥੋੜਾ ਜਿਹਾ ਇਹ ਜਾਣਨਾ ਚਾਹੂੰਗੀ, ਜਿਹੜੇ ਹੁਣ ਰੀਸੈਂਟ ਪਾਸ ਆਊਟ ਸਟੂਡੈਂਟਸ ਨੇ +2 ਵਾਲੇ ਹੈ ਨਾ, ਉਹਨਾਂ ਨੂੰ ਕਿਸ ਤਰੀਕੇ ਨਾਲ ਹੁਣ ਅਪਲਾਈ ਕਰਨਾ ਚਾਹੀਦਾ। ਇੱਕ ਸਵਾਲ ਉਹਨਾਂ ਦਾ ਰਹਿੰਦਾ ਕਿ ਆਪਾਂ ਡਿਗਰੀ 'ਚ ਅਪਲਾਈ ਕਰ ਲਈਏ ਜਾਂ ਅਸੀਂ ਡਿਪਲੋਮਾ 'ਚ ਅਪਲਾਈ ਕਰੀਏ। ਜੀ ਬਿਲਕੁਲ, ਐਕਚੁਅਲੀ ਕੰਸਰਨ ਇੱਥੇ ਕੋਈ ਏਡੀ ਵੱਡਾ ਮੈਟਰ ਨਹੀਂ ਹੈਗਾ ਡਿਪਲੋਮਾ ਜਾਂ ਡਿਗਰੀ। ਹੁਣ ਐਕਚੁਅਲੀ ਕੰਸਰਨ ਕੀ ਹੈ, ਇਹਦੇ ਬੱਚੇ ਦੀ ਖੁਦ ਦੀ ਇੰਟੈਂਸ਼ਨ ਹੈ ਔਰ ਉਹਨਾਂ ਦੀ ਫੈਮਿਲੀ ਦੀ ਫਾਈਨੈਂਸ਼ੀਅਲੀ ਪੋਕਟ ਹੈ, ਉਹ ਕਿੰਨਾ ਕੁ ਲੋ ਕਰਦੇ। ਹੁਣ ਐਕਚੁਅਲੀ ਕੀ ਹੈਗਾ ਕਿ ਕੈਨੇਡਾ ਦੇ ਵਿੱਚ ਡਿਗਰੀ 4 ਸਾਲ ਦੀ ਹੈ, ਡਿਪਲੋਮਾ 2 ਇਅਰਸ ਦਾ ਹੈ, ਔਰ ਇਸ ਟਾਈਮ 90% ਬੱਚਿਆਂ ਦਾ ਮਾਈਂਡ ਸੈਟਅਪ ਇਹ ਹੈਗਾ ਕਿ ਅਸੀਂ ਸਿਰਫ 2 ਸਾਲ ਦੀ ਸਟੱਡੀ ਲੈਣੀ ਹੈ, ਆਫਟਰ ਦੈਟ ਸਾਨੂੰ 3 ਸਾਲ ਦਾ ਵਰਕਿੰਗ ਰਾਈਟਸ ਹੈ। ਤੇ 10% ਬੱਚੇ ਇਵੇਂ ਦੇ ਕਿ ਜੋ ਚਾਹੁੰਦੇ ਕਿ ਯਾਰ ਆਪਾਂ ਸਟੱਡੀ ਨੂੰ ਹੀ ਮੇਜਰ ਕਰਨਾ, ਕਿ ਕੱਲ ਨੂੰ ਅਸੀਂ ਵਾਈਟ ਕੋਲਰ ਜੋਬ ਕਰਨੀ ਹੈ, ਠੀਕ ਹੈ। ਹੁਣ ਦੂਸਰਾ, ਇਸ ਟਾਈਮ ਉਹ ਬੱਚਿਆਂ ਨੂੰ ਮੇਰਾ ਇੱਕ ਮੈਸੇਜ ਹੈ ਜੋ 2022 ਪਾਸ ਆਊਟ ਹੈਗੇ ਆ, ਚਾਹੇ ਉਹ ਹਰਿਆਣਾ ਬੋਰਡ ਤੋਂ ਹੈ, ਸਟੇਟ ਬੋਰਡ ਤੋਂ ਹੈ, ਚਾਹੇ CBSE ਬੋਰਡ ਤੋਂ ਹੈ, ਉਹ ਜੋ ਆਪਣੇ ਕਹਿ ਲਓ ਕਿ ਸੀਨੀਅਰਸ ਨੇ ਕਿ ਜੋ ਗਲਤੀਆਂ ਕੀਤੀਆਂ ਅਸੀਂ ਉਹ ਨਹੀਂ ਕਰਨੀਆਂ। ਸਭ ਤੋਂ ਪਹਿਲਾਂ ਉਹਨਾਂ ਨੂੰ ਮੈਂ ਕਹਿਣਾ ਚਾਹੂੰਗਾ, ਬਾਰ-ਬਾਰ ਇਸ ਟਰਮ ਨੂੰ ਮੈਂ ਹਮੇਸ਼ਾ ਹਾਈਲਾਈਟ ਕਰਦਾ, ਗੈਪ, ਕਿ ਤੁਸੀਂ ਗੈਪ ਨਹੀਂ ਪੈਣ ਦੇਣਾ। ਹੁਣ ਬਾਈ ਦਾ ਵੇ ਇਸ ਟਾਈਮ ਤਾਂ ਅਸੀਂ ਵੇਖਿਆ ਕਿ 2022 ਦੇ ਬੱਚਿਆਂ ਦਾ ਇਵੇਂ ਦਾ ਉਤਸ਼ਾਹ ਸੀ ਕਿ ਜਿਵੇਂ ਉਹਨਾਂ ਦਾ ਰਿਜ਼ਲਟ ਆਇਆ, ਕਾਫੀ ਬੱਚਿਆਂ ਨੇ ਪਹਿਲੇ ਆਈਲੈਟਸ ਦੇ ਐਗਜ਼ਾਮ ਦੇ ਚੁੱਕੇ ਹੈ, ਆਈਲੈਟਸ ਦੇ ਬੈਂਡ ਸਕੋਰ ਉਹਨਾਂ ਦੇ ਹੈਗੇ ਆ, ਪਰ ਬਟ ਫਿਰ ਵੀ ਬੈਂਡ ਸਕੋਰ ਹੋਣ ਦੇ ਨਾਲ ਵੀ ਜੇ ਅਸੀਂ ਹਜੇ ਨਹੀਂ ਅਪਲਾਈ ਕਰਾਂਗੇ ਤੇ ਵੇਲੇ ਦੀ ਨਵਾਜ਼ ਤੇ ਕਵੇਲੇ ਦੀਆਂ ਟੱਕਰਾਂ ਵਾਲਾ ਹਿਸਾਬ ਹੋ ਜਾਊਗਾ। ਬਿਕੋਜ਼ ਐਕਚੁਅਲੀ ਕੰਸਰਨ ਕਿੱਥੇ ਕਿ ਕਈ ਵਾਰੀ ਕਿਆ ਹੁੰਦਾ ਹੈ ਕਿ ਅਸੀਂ ਦੇਖਦੇ ਤਾਂ ਕਿ ਚਲੋ ਇਹ ਬੜਾ ਟਾਈਮ ਪਿਆ, ਉਹ ਟਾਈਮ ਕਰਦੇ ਕਰਦੇ ਫਿਰ ਇਨਟੇਕ ਤੋਂ ਅਸੀਂ ਵਾਂਝੇ ਹੋ ਜਾਂਦੇ ਹਾਂ। ਬਿਕੋਜ਼ ਹੁਣ ਦੇਖੋ ਨਾ, ਇਸ ਟਾਈਮ ਮੇਜਰ ਸਵਾਲ ਕੱਲਾ ਤੁਹਾਡਾ ਆਫਰ ਲੈਟਰ ਲੈਣਾ ਜਾਂ ਫਾਈਲ ਐਮਬੈਸੀ ਲਗਾਉਣਾ ਨਹੀਂ ਹੈ। ਇਸ ਟਾਈਮ ਸਭ ਤੋਂ ਮੇਜਰ ਕੁਐਸਚਨ ਮਾਰਕ ਜੋ ਹੈਗਾ ਉਹ ਹੈਗਾ ਤੁਹਾਡੇ ਇਨਟੇਕ ਨੂੰ ਲੈ ਕੇ, ਕਿ ਇਸ ਟਾਈਮ ਤੁਹਾਨੂੰ ਕੈਨੇਡਾ ਦੇ ਵਿੱਚ ਕਿਸ ਪ੍ਰੋਵਿੰਸ ਦੇ ਵਿੱਚ, ਕਿਸ ਏਰੀਆ ਦੇ ਵਿੱਚ ਤੁਹਾਨੂੰ ਇਨਟੇਕ ਮਿਲ ਵੀ ਰਿਹਾ ਜਾਂ ਨਹੀਂ ਮਿਲ ਰਿਹਾ। ਹੁਣ ਐਕਚੁਅਲੀ ਜਿਵੇਂ ਅੱਜ ਇੱਕ ਬੱਚਾ ਮੇਰੇ ਕੋਲ ਵਿਜ਼ਿਟ ਕਰਕੇ ਗਿਆ ਤੇ ਉਹਨਾਂ ਦਾ ਕੀ ਸੀ ਕਿ ਮਾਈਂਡਸੈਟ, ਮੈਨੂੰ ਔਨ ਕੋਲ ਉਹਨਾਂ ਦਾ ਗੱਲ ਕਲੀਅਰ ਹੋਈ। ਉਹ ਕਹਿੰਦੇ ਕਿ ਬਾਈ ਜੀ 2022 ਪਾਸ ਆਊਟ ਹੈਗਾ, 6 ਚ ਬੈਂਡ ਸਕੋਰ ਹੈਗੇ ਆ, ਔਰ ਬੱਚੇ ਨੇ ਆਈਲੈਟਸ ਵੀ ਕੀਤਾ ਹੋਇਆ, PT ਵੀ ਕੀਤਾ ਹੋਇਆ, ਤੇ PT 'ਚ ਵੀ 6 ਚ ਹੈ। ਹੁਣ ਬੱਚਾ ਖੁਦ ਹੀ ਡਾਈਸੀ ਹੈ ਕਿ ਯਾਰ ਮੈਂ ਕੈਨੇਡਾ ਕਰਾਂ ਜਾਂ ਆਸਟ੍ਰੇਲੀਆ ਕਰਾਂ। ਹੁਣ ਦੇਖੋ ਇਹੋ ਜਿਹੀ ਜ਼ਿਆਦਾਤਰ ਕੁਐਰੀ 2022 ਪਾਸ ਆਊਟ ਵਾਲਿਆਂ ਨੂੰ ਬੜੀ ਹੁੰਦੀ ਹੈ, ਬਿਕੋਜ਼ ਇਸ ਟਾਈਮ ਕੀ ਹੈ ਕਿ ਹਰ ਬੰਦੇ ਦਾ ਕੋਈ ਕੈਨੇਡਾ ਵੀ ਬੈਠਾ ਤੇ ਆਸਟ੍ਰੇਲੀਆ ਵੀ ਬੈਠਾ। ਹੁਣ ਕੰਸਰਨ ਕਿੱਥੇ ਆਉਂਦਾ, ਸਭ ਤੋਂ ਪਹਿਲੇ ਤੁਸੀਂ ਜੇ ਆਪਾਂ ਸਾਡੇ ਲੋਕਾਂ ਦੀ ਗਲਤੀ ਪਤਾ ਕਿੱਥੇ ਹੈ, ਸਿਰਫ ਅਸੀਂ ਆਪਣੀ ਐਡੂਕੇਸ਼ਨ ਪਰਸੈਂਟੇਜ ਨੂੰ ਪਲੱਸ ਬੈਂਡ ਸਕੋਰ ਦੇ ਨਾਲ ਅਸੀਂ ਵੀਜ਼ਾ ਨੂੰ ਜੱਜ ਕਰਦੇ ਹਾਂ, ਜੋ ਕਿ ਇਹ ਕਰਨਾ ਬਹੁਤ ਗਲਤ ਹੈ। ਅਸੀਂ ਜੇ ਓਵਰਆਲ ਵੀਜ਼ਾ ਸਿਨੈਰੀਓ ਤੇ ਜਾਈਏ ਤੇ ਸਾਨੂੰ ਮੇਜਰ 3 ਟੌਪਿਕਸ ਇਹ ਕਹਿ ਲਓ ਕਿ 3 ਜਿਹੜੇ ਗਰਾਊਂਡਸ ਹੈਗੇ ਪ੍ਰੋਪਰ ਦਿਖਣਾ ਪਊਗਾ। ਪਹਿਲਾ ਗਰਾਊਂਡਸ ਆਪਣੇ ਫਾਈਨੈਂਸ਼ੀਅਲ ਸੋਰਸਿਸ, ਕਿ ਦੇਖੋ ਕਿ ਤੁਹਾਡੇ ਜਿਹੜੇ ਗਾਰਡੀਅਨਸ ਹੈ, ਤੁਹਾਡੇ ਮਾਂ-ਬਾਪ ਹੈ, ਜੋ ਉਹਨਾਂ ਦਾ ਕੰਮ ਧੰਦਾ, ਬਿਜ਼ਨਸ ਹੈ, ਖੇਤੀਬਾੜੀ ਹੈ, ਕੁਝ ਵੀ ਹੈਗਾ, ਚਾਹੇ ਸਰਕਾਰੀ ਮੁਲਾਜ਼ਮ ਹੈ ਚਾਹੇ ਪ੍ਰਾਈਵੇਟ ਮੁਲਾਜ਼ਮ ਹੈ, ਕਿ ਕਿਉਂਕਿ ਜਿਹੜੇ ਉਹਨਾਂ ਕੋਲ ਪੇਪਰ ਵਰਕ ਹੈਗੇ ਆ, ਕਿਆ ਉਸ ਪੇਪਰ ਵਰਕ ਦੇ ਨਾਲ ਤੁਸੀਂ ਉਸ ਕੰਸਰਨ ਕੰਟਰੀ ਦੀ ਹਾਈ ਕਮਿਸ਼ਨ ਨੂੰ ਸੈਟੀਸਫਾਈ ਕਰ ਪਾਉਂਦੇ ਹੋ ਕਿ ਵਾਕਈ ਇਸ ਪਰਿਵਾਰ ਦੀ ਸੋਲਿਡ ਅਰਨਿੰਗ ਹੈਗੀ ਹੈ। ਹੁਣ ਜਿਵੇਂ ਆਪਾਂ ਹਮੇਸ਼ਾ ਹੀ ਸੁਣਦੇ ਵੀ ਆਏ ਆ ਔਰ ਕਹਿੰਦੇ ਵੀ ਆਏ ਆ ਕਿ ਯਾਰ ਜਦੋਂ ਆਸਟ੍ਰੇਲੀਆ ਆਇਆ ਉਹ ਪੇਪਰ ਵਰਕ ਨੂੰ ਲੈ ਕੇ ਕਾਫੀ ਜ਼ਿਆਦਾ ਸੀਰੀਅਸ ਹੈ, ਹਜੇ ਕਿ ਜੇ ਲਾਈਨ ਅਪ ਕਰੀਏ ਕੈਨੇਡਾ ਨੂੰ, ਕੈਨੇਡਾ ਇੰਨਾ ਸੀਰੀਅਸ ਨਹੀਂ ਹੈਗਾ। ਸੋ ਜੇ ਤਾਂ ਤੁਹਾਡੇ ਕੋਲ ਪੇਪਰ ਵਰਕ ਦੀ ਪ੍ਰੋਪਰਲੀ ਜਸਟੀਫਿਕੇਸ਼ਨ ਹੈਗੀ ਹੈ ਤੇ ਮੈਂ ਤੁਹਾਨੂੰ ਕਹਿੰਦਾ ਕਿ ਗੋ ਹੈਡ ਫॉर ਦਾ ਆਸਟ੍ਰੇਲੀਆ। ਹਾਂ, ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਯਾਰ ITR ਜ਼ਿਆਦਾ ਪੁਰਾਣੀ ਨਹੀਂ ਹੈਗੀ, ਤੁਸੀਂ ਜਸਟ 1-2 ਸਾਲ ਤੋਂ ਭਰ ਰਹੇ ਹੋ ਜਾਂ ਤੁਸੀਂ ਫਰੈਸ਼ ਭਰਨੀ ਹੈ, ਤੇ ਤੁਸੀਂ ਆਓ
ਕੈਨੇਡਾ। ਬਿਕੋਜ਼ ਦੇਖੋ ਕੱਲਾ ਫਾਈਲ ਲਗਾ ਕੇ ਮਸਲੇ ਦਾ ਹੱਲ ਨਹੀਂ ਹੈ, ਸਾਨੂੰ ਜਿਹੜੀ ਮੇਜਰ ਆਊਟਪੁੱਟ ਚਾਹੀਦੀ ਹੈ ਉਹ ਚਾਹੀਦੀ ਹੈ ਸਾਡੀ ਵੀਜ਼ਾ। ਹੁਣ ਕਈ ਵਾਰੀ ਆਪਾਂ ਇਸੇ ਤਰ੍ਹਾਂ ਸੁਣਦੇ ਵੀ ਹੈਗੇ ਆ ਕਿ ਯਾਰ ਬੱਚਾ ਰਿਫਿਊਜ਼ ਹੋ ਗਿਆ, ਪਰ ਬਟ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਯਾਰ ਮੇਰੀ ਪ੍ਰੋਫਾਈਲ 'ਚ ਲੱਗਿਆ ਕੀ ਹੈ। ਹਾਂ ਬਿਲਕੁਲ, ਪਤਾ ਬਹੁਤ ਹੀ ਨਹੀਂ ਜ਼ਿਆਦਾ ਹੁੰਦਾ, ਅਵੇਅਰ ਹੀ ਨਹੀਂ ਹੁੰਦੇ। ਕਈ ਵਾਰੀ ਆਉਂਦੇ ਯਾਰ ਸਾਡਾ ਏਜੰਟ ਸਾਨੂੰ ਦੇ ਨਹੀਂ ਰਿਹਾ, ਐਪਲੀਕੇਸ਼ਨ ਫਾਰਮ ਨਹੀਂ ਦੇ ਰਿਹਾ ਜੀ, ਐਸਓ ਵੀ ਨਹੀਂ ਦੇ ਰਿਹਾ, ਜੀਸੀ ਕਿਤੇ ਕ੍ਰੈਡੈਂਸ਼ੀਅਲ ਨਹੀਂ ਦੇ ਰਿਹਾ। ਫਿਰ ਕਿਉਂਕਿ ਬਾਰ-ਬਾਰ ਜਦੋਂ ਅਸੀਂ ਇੱਕ ਵਾਰ ਰਿਫਿਊਜ਼ ਤਾਂ ਹੋ ਗਏ ਆ, ਹੁਣ ਸਾਨੂੰ ਪਤਾ ਨਹੀਂ, ਜਿਵੇਂ ਹਰਵਿੰਦਰ ਹੋਣਾ ਦੀ ਪ੍ਰੋਫਾਈਲ ਆਈ ਸੀ ਕਿ ਯਾਰ 1 ਚੋਂ 5.5 ਆ, 20 ਚ +2 ਕੀਤੀ, 21 ਚ ਪਾਸ ਔਰ ਰਿਫਿਊਜ਼ ਹੋ ਗਿਆ। ਹੁਣ ਦੇਖੋ ਜੇ ਤਾਂ ਇਹਨਾਂ ਨੂੰ ਪ੍ਰੋਪਰ ਜਸਟੀਫਿਕੇਸ਼ਨ ਹੋਏਗੀ ਕਿ ਯਾਰ 20 ਤੋਂ 21 ਮੇਰੇ ਏਜੰਟ ਦੇ ਵਿੱਚ ਇਹ ਲਾਇਆ, ਜਾਂ ਹੁਣ ਕਈ ਵਾਰੀ ਕੀ ਹੁੰਦਾ ਬੱਚੇ ਨੂੰ ਪਤਾ ਹੀ ਨਹੀਂ ਹੈ ਯਾਰ ਕੀ ਲੱਗਾ ਕੀ ਨਹੀਂ ਲੱਗਿਆ, ਫਿਰ ਸਭ ਤੋਂ ਉਹਨਾਂ ਦਾ ਆਪਾਂ ਜੋ ਕਰਦੇ ਹੁੰਦੇ ਉਹਦੀ ਪ੍ਰੋਫਾਈਲ 'ਚ ਅਸੀਂ ਪੋਜ਼ ਲੈਂਦੇ ਆ ਔਰ ਉਹਨਾਂ ਦੇ ਅਸੀਂ GCMS ਅਪਲਾਈ ਕਰਦੇ ਆ, ਗਲੋਬਲ ਕੇਸ ਮੈਨੇਜਮੈਂਟ ਸਿਸਟਮ। ਪ੍ਰੋਪਰ ਇੱਕ ਤਰ੍ਹਾਂ ਦੇ ਕੈਪਸ ਨੋਟ ਹੈ, ਪਲੱਸ ਤੁਹਾਡੀ GCMS ਦੇ ਵਿੱਚ ਕੀ ਹੁੰਦਾ ਕਿ ਜੋ ਤੁਸੀਂ ਫਾਈਲ, ਜੋ ਤੁਹਾਡੇ ਏਜੰਟ ਨੇ, ਤੁਹਾਡੀ ਫੈਮਿਲੀ ਇਨਫੋਰਮੇਸ਼ਨ, ਐਪਲੀਕੇਸ਼ਨ ਫਾਰਮ, ਕੰਸੈਂਟ ਫਾਰਮ, ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ, A to Z ਡਿਟੇਲ ਸਾਨੂੰ ਆ ਜਾਂਦੀ ਹੈ। ਉਹਨਾਂ ਦੀ ਅਸੀਂ ਕਹਿ ਲਓ ਕਿ ਇੱਕ ਉਹਨਾਂ ਦੀ ਸੌਫਟ ਕਾਪੀ ਦੇ ਨਾਲ ਹੀ ਜੋ ਫਾਈਨਲ ਰੀਕਾਪੀ ਹੈ ਉਹਦੇ ਨਾਲ ਤਾਂ ਆਪਾਂ ਵੀਜ਼ਾ ਗੈਟ ਕਰਦੇ ਹਾਂ। ਓਕੇ ਯਾਨੀ ਉਸ ਦੇ ਬਿਨਾ ਤਾਂ ਰਿਫਿਊਜ਼ਲ ਕੇਸ ਰੀਅਪਲਾਈ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਤਾ ਹੀ ਨਹੀਂ ਚੱਲੇਗਾ ਕਿੱਥੇ ਕੀ ਮਿਸਟੇਕ ਰਹੀ। ਛੋਟੀ ਜੀ ਮਾਈਨਰ ਮਿਸਟੇਕ ਵੀ ਬੱਚੇ ਦੇ ਕੈਰੀਅਰ ਨਾਲ ਖੇਡ ਸਕਦੀ ਹੈ, ਸੋ ਜਲਦਬਾਜ਼ੀ ਦੇ ਨਾਲ ਕਰਨ ਦਾ ਕੋਈ ਹੱਲ ਹੀ ਨਹੀਂ ਹੈਗਾ। ਇਸ ਕਰਕੇ ਅਸੀਂ ਪ੍ਰੋਪਰ ਉਹਦੀ ਜ਼ੀਰੋਕਸ ਨੂੰ ਕ੍ਰੋਸ ਵੈਰੀਫਾਈ ਕਰਕੇ, ਕ੍ਰੋਸ ਲੀਡ ਕਰਕੇ ਦੈਨ ਅਸੀਂ ਐਪਲੀਕੇਸ਼ਨ ਰੀਪੰਚ ਕਰਦੇ ਹਾਂ। ਜੀ ਬਿਲਕੁਲ। ਸੋ ਤੁਸੀਂ ਵੀ ਜ਼ਰੂਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਪਹਿਲੀ ਤਾਂ ਗੱਲ ਬਾਰ-ਬਾਰ ਦੇਖੋ ਇਹ ਆਂਦੀ ਕਿ ਇੱਕ ਚੰਗੇ ਕੰਸਲਟੈਂਟ ਦੀ ਚੋਣ ਕਰਨੀ ਚਾਹੀਦੀ, ਉਸ ਤੋਂ ਬਾਅਦ ਤੁਹਾਨੂੰ ਖੁਦ ਪਤਾ ਹੋਣਾ ਚਾਹੀਦਾ ਕਿ ਫਾਈਲ ਪ੍ਰੋਸੈਸ ਹੋ ਰਹੀ ਹੈ, ਕੀ ਚੀਜ਼ਾਂ, ਕਿਹੜੇ ਡਾਕੂਮੈਂਟ ਲਗਾਏ ਜਾ ਰਹੇ ਨੇ, SOP ਵਿੱਚ ਕੀ ਕੁਝ ਲਿਖਿਆ ਜਾ ਰਿਹਾ, ਤਾਂ ਕਿ ਤੁਸੀਂ ਅਵੇਅਰ ਹੋਵੋ, ਤੁਹਾਨੂੰ ਹਰੇਕ ਪੁਆਇੰਟ ਦੀ ਜਾਣਕਾਰੀ ਜ਼ਰੂਰ ਹੋਵੇ। ਬਾਕੀ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ, ਇਸ ਦੇ ਉੱਪਰ ਕਾਲ ਕਰਕੇ ਤੁਸੀਂ SS ਮੋਹਾਲੀ ਦੀ ਟੀਮ ਦੇ ਨਾਲ ਰਾਬਤਾ ਕਾਇਮ ਜ਼ਰੂਰ ਕਰ ਸਕਦੇ ਹੋ। ਸੈਕਟਰ 3B2 ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ। ਕਦੀ ਵੀ ਆਪਣੇ ਡਾਕੂਮੈਂਟਸ ਲੈ ਕੇ ਇੱਥੇ ਵਿਜ਼ਿਟ ਕਰੋ ਤਾਂ ਕਿ ਰਾਈਟ ਟਾਈਮ ਤੇ ਸਹੀ ਅਸੈਸਮੈਂਟ ਤੋਂ ਬਾਅਦ ਤੁਸੀਂ ਸਹੀ ਡਿਸੀਜਨ ਲੈ ਸਕੋ ਕਿ ਤੁਸੀਂ ਕਿੱਥੇ ਲਈ ਐਲੀਜੀਬਲ ਹੋ, ਕਿੱਥੇ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਹੈ, ਤਾਂ ਕਿ ਤੁਹਾਨੂੰ ਸਕਸੈਸਫੁਲੀ ਤੁਹਾਡਾ ਸਟੱਡੀ ਵੀਜ਼ਾ ਟਾਈਮਲੀ ਮਿਲ ਸਕੇ। ਗੱਲ ਆਸਟ੍ਰੇਲੀਆ ਦੀ ਜ਼ਰੂਰ ਹੁਣ ਕਰਨਾ ਚਾਹੂੰਗੀ। ਕਈ ਸਵਾਲ ਆਸਟ੍ਰੇਲੀਆ, ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਆਸਟ੍ਰੇਲੀਆ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਨੇ, ਸੋ ਕਾਲ ਰਿਸੀਵ ਕਰ ਲੈਂਦੇ ਆ ਪਹਿਲਾਂ। ਹੈਲੋ ਸਤਿ ਸ੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਡਮ ਮੈਂ ਕਪਿਲ ਗੱਲ ਕਰ ਰਿਹਾ ਜੀ, ਜਲੰਧਰ ਤੋਂ। ਹਾਂਜੀ ਕਪਿਲ ਜੀ, ਕੀ ਸਵਾਲ ਹੈ ਤੁਹਾਡਾ? ਤੇ ਮੈਂ ਮਹਾਜਨ ਜੀ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਆਪਣੀ ਬਿਟੀਆ ਦੇ ਰਿਗਾਰਡਿੰਗ ਜੀ। ਠੀਕ ਹੈ ਜੀ, ਆਪਣੀ ਬੇਟੀ ਦੀ ਪ੍ਰੋਫਾਈਲ ਦੱਸ ਦਿਓ। ਬਿਟੀਆ ਨੇ +2 ਕਰੀ ਸੀ 2019 ਚ। ਠੀਕ ਹੈ। ਤੇ ਇੱਕ ਵਾਰ ਗੁੜੀਆ ਕੈਨੇਡਾ ਤੋਂ ਰਿਫਿਊਜ਼ ਹੋ ਗਈ ਹੈ ਜੀ। ਓਕੇ ਠੀਕ ਹੈ। ਤੇ ਇਹਦਾ ਆਸਟ੍ਰੇਲੀਆ ਹੋ ਸਕਦਾ, ਓਵਰਆਲ 6 ਹੈ ਜੀ, ਇੱਕ ਚ 5.5 ਹੈ। ਠੀਕ ਹੈ, ਆਸਟ੍ਰੇਲੀਆ ਲਈ ਅਪਲਾਈ ਕਰਨਾ ਚਾਹੁੰਦੇ ਨੇ ਜੀ। ਇੱਕ ਚ 5.5 ਹੈ ਜੀ, ਇੱਕ ਵਾਰ ਕੈਨੇਡਾ ਤੋਂ ਰਿਫਿਊਜ਼ ਹੈ ਮੈਡਮ ਗੁੜੀਆ। ਓਕੇ ਜੀ ਬਿਲਕੁਲ ਕਪਿਲ ਜੀ, ਜੋ ਹੈ ਤੁਹਾਡਾ ਸਵਾਲ ਹੈ ਕਾਫੀ ਬੱਚਿਆਂ ਦੀ ਜ਼ੁਬਾਨੀ ਹੈ, ਕਾਫੀ ਮਾਂ-ਬਾਪ ਦੇ ਜ਼ੁਬਾਨ ਦੇ ਉੱਤੇ ਖੜਾ ਹੈਗਾ। ਹੁਣ ਐਕਚੁਅਲ 'ਚ ਮੈਂ ਸਭ ਤੋਂ ਵੱਡਾ ਲੇਟੈਸਟ ਅਪਡੇਟ ਆਸਟ੍ਰੇਲੀਆ ਨੂੰ ਲੈ ਕੇ ਇਹ ਦੇਣਾ ਚਾਹੁੰਦਾ ਕਿ ਇਸ ਟਾਈਮ ਆਸਟ੍ਰੇਲੀਆ ਦੇ ਜੋ ਲੈਵਲ 1 ਦੇ ਜਿੰਨੇ ਵੀ ਆਰਗੇਨਾਈਜੇਸ਼ਨ ਹੈ, ਯੂਨੀਵਰਸਿਟੀ ਹੈ, ਕਾਲਜ ਹੈ, ਉਹ 2020 ਪਾਸ ਆਊਟ ਵਾਲੇ ਬੱਚੇ ਨੂੰ ਵੀ ਐਡਮਿਸ਼ਨ ਨਹੀਂ ਦੇ ਰਹੇ। ਜੇ ਐਡਮਿਸ਼ਨ ਦੇ ਰਿਹਾ ਤੇ ਤੁਹਾਨੂੰ ਇਨਟੇਕ ਹੀ ਮਈ ਦਾ ਦੇ ਰਿਹਾ, 2023 ਦਾ ਜੈਨ ਦਾ ਦੇ ਰਿਹਾ, ਨਵੰਬਰ ਜੈਨ ਦੇ ਵਿੱਚ ਤੁਹਾਨੂੰ ਐਡਮਿਸ਼ਨ ਨਹੀਂ ਮਿਲ ਰਹੀ। ਸੋ ਇਹਦੇ ਵਿੱਚ ਕੀ ਹੈਗਾ ਕਿ ਤੁਸੀਂ ਲੈਵਲ 2 ਦੇ ਵਿੱਚ ਕਾਲਜ ਦੇ ਵਿੱਚ, ਟੇਫ ਦੇ ਵਿੱਚ ਆਪਣੀ ਗੁੜੀਆ ਨੂੰ ਐਡਮਿਸ਼ਨ ਦਿਵਾ ਸਕਦੇ ਹੋ। ਪਰ ਬਟ ਆਸਟ੍ਰੇਲੀਆ ਦੇ ਵਿੱਚ ਉਹੀ ਗੱਲ ਆ ਜਾਂਦੀ ਹੈ ਕਿ ਕੱਲਾ ਆਫਰ ਲੈਟਰ ਲੈਣਾ ਮਸਲੇ ਦਾ ਹੱਲ ਨਹੀਂ ਹੈ। ਆਫਰ ਲੈਟਰ ਲੈਣ ਤੋਂ ਬਾਅਦ ਤੁਹਾਨੂੰ GT ਵੀ ਕਲੀਅਰ ਕਰਨੇ ਪੈਣੀ ਹੈ, ਜੋ ਕਹਿ ਲਓ ਕਿ ਸੈਮੀ ਪਾਰਟ ਆਫ ਦਾ ਐਮਬੈਸੀ ਹੈ, ਕਿ ਉਹਦੀ ਕਿ ਜੋ ਵੀ ਤੁਸੀਂ ਪ੍ਰੋਸੈਸ ਕਰ ਰਹੇ ਹੋ, ਤਾਂ ਚਾਹੇ ਤੁਹਾਡੇ ਫਾਈਨੈਂਸ਼ੀਅਲਸ ਹੈਗੇ ਆ, ਚਾਹੇ ਬੱਚੇ ਦਾ ਇੰਟਰਵਿਊ ਹੈ, ਉਹ ਚਾਹੇ SOP ਹੈ, ਉੱਤੇ ਚਾਹੇ ਬੱਚੇ ਦਾ ਗੈਪ ਹੈ, ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਤੋਂ ਨਿਕਲ ਜਾਂਦੇ ਹੋ ਤਾਂ ਦੈਨ ਤੁਹਾਨੂੰ ਉੱਥੋਂ ਦੇ ਕਾਲਜ ਯੂਨੀਵਰਸਿਟੀ ਫਾਈਨਲ ਆਫਰ ਇਸ਼ੂ ਕਰੇਗੀ, ਫਿਰ ਦੈਨ ਤੁਹਾਡਾ ਅੱਗੇ ਪ੍ਰੋਸੈਸ ਹੋ ਸਕਦਾ ਹੈ। ਬਾਕੀ ਕਪਿਲ ਜੀ, ਇਸ ਪ੍ਰੋਫਾਈਲ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਗੁੜੀਆਂ ਨੂੰ ਯੂਨੀਵਰਸਿਟੀ ਵੀ ਔਰ ਕਾਲਜ ਦੇ ਵੀ ਆਪਸ਼ਨਸ ਮਿਲ ਜਾਣਗੇ। ਜੀ ਬਿਲਕੁਲ। ਬਾਕੀ ਪੁੱਛਣਾ ਚਾਹ ਰਹੀ ਸੀ ਮੈਂ, ਜਿਵੇਂ ਆਸਟ੍ਰੇਲੀਆ ਦੀ ਗੱਲ ਹੁੰਦੀ ਹੈ, ਲੈਵਲ 2 ਕਾਲਜਸ ਦੀ ਗੱਲ ਹੁੰਦੀ ਹੈ, ਕਿਸ ਤਰੀਕੇ ਨਾਲ ਸਟੂਡੈਂਟ ਨੂੰ ਐਡਮਿਸ਼ਨ ਲਈ ਅੱਗੋਂ ਦੇਖਣਾ ਚਾਹੀਦਾ ਹੈ ਕਿ ਕਿਹੜੇ ਕਾਲਜ ਵਿੱਚ ਅਪਲਾਈ ਕੀਤਾ ਜਾਏ? ਜੀ ਬਿਲਕੁਲ। ਜੇ ਫਸਟ ਆਫ ਆਲ ਜੇ ਮੈਂ ਕੰਪੈਰੀਜ਼ਨ ਕਰਾਂ ਲੈਵਲ 1 ਔਰ ਲੈਵਲ 2 ਦੀ ਵੀਜ਼ਾ ਰੇਟ ਦਾ ਕੁਝ ਜ਼ਿਆਦਾ ਖਾਸਾ ਫਰਕ ਨਹੀਂ ਹੈ, ਬਸ ਜਸਟ 19-21 ਦਾ ਫਰਕ ਹੈਗਾ। ਬਿਕੋਜ਼ ਜੇ ਹੁਣ ਆਪਾਂ ਪਿਛਲੇ ਮੈਂ ਰਿਜ਼ਲਟਸ ਦੀ ਗੱਲ ਕਰਾਂ ਆਸਟ੍ਰੇਲੀਆ ਦੇ, ਤੇ ਐਕਚੁਅਲੀ ਕੰਸਰਨ ਕਿੱਥੇ ਆਉਂਦਾ, ਖੜਾ ਹੁੰਦਾ ਆ ਕੇ ਕਿ ਜਦੋਂ ਆਸਟ੍ਰੇਲੀਆ ਦੀ ਹਾਈ ਕਮਿਸ਼ਨ ਨੇ ਵੀਜ਼ਾ ਦਿੱਤਾ ਤੇ ਲੈਵਲ 1 ਦਾ ਵੀ ਦਿੱਤਾ, ਲੈਵਲ 2 ਦਾ ਵੀ ਦਿੱਤਾ। ਜਦੋਂ ਰਿਫਿਊਜ਼ਲ ਰੇਟ ਦੀ ਗੱਲ ਕਰੀਏ ਤਾਂ ਉਹ ਵੀ ਬਰਾਬਰ ਰਹੀ ਹੈ ਕਿ ਜੇ ਲੈਵਲ 1 ਦੇ ਰਿਫਿਊਜ਼ ਹੋਇਆ ਤਾਂ ਉੱਥੇ ਲੈਵਲ 2 ਦੇ ਵੀ ਰਿਫਿਊਜ਼ ਹੋਇਆ। ਹੁਣ ਦੇਖੋ, ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਮੇਰਾ ਇਹੀ ਮੰਨਣਾ ਹੈਗਾ ਕਿ ਫਸਟ ਆਫ ਆਲ ਜੇ ਤਾਂ ਤੁਹਾਡੇ ਕੋਲ ਆਪਸ਼ਨਸ ਹੈਗੇ ਆ, ਹੁਣ ਦੇਖੋ ਮੈਡਮ, ਹਰ ਇੱਕ ਬੰਦੇ ਦੇ ਬਜਟ 'ਚ ਵੀ ਨਹੀਂ ਹੈਗਾ ਕਿ ਤੁਸੀਂ ਯੂਨੀਵਰਸਿਟੀ ਨੂੰ ਲੈ ਸਕਦੇ ਹੋ। ਹੁਣ ਬਿਕੋਜ਼ ਇਹ ਵੀ ਨਹੀਂ ਹੈਗਾ ਕਿ ਮੈਂ 22 ਪਾਸ ਆਊਟ ਹਾਂ,
6.5 ਬੈਂਡ ਹੈ। ਹੁਣ ਐਕਚੁਅਲੀ ਗੱਲ ਕਿੱਥੇ ਆ ਗਈ, ਜੋ ਮੈਂ ਬਾਰ-ਬਾਰ ਆਸਟ੍ਰੇਲੀਆ ਨੂੰ ਟਰਮ ਨੂੰ ਹਾਈਲਾਈਟ ਕਰਦਾ, GT। ਹੁਣ GT ਦੇ ਵਿੱਚ ਨਾ ਕਰਦੇ ਤੁਹਾਨੂੰ, ਜੇ ਤੁਸੀਂ ਅੱਛੀ ਯੂਨੀਵਰਸਿਟੀ ਲੈਂਦੇ ਹੋ ਲੈਵਲ 1 ਦੀ, ਤੇ ਇੰਡੀਵਿਜੂਅਲ ਦੇ ਲਈ 30-35 ਲੱਖ ਦੇ ਫਾਈਨੈਂਸ਼ੀਅਲ ਚਾਹੀਦੇ ਆ, ਤੇ ਹਰ ਇੱਕ ਬੰਦੇ ਦੇ ਆਊਟ ਆਫ ਬਜਟ ਵੀ ਹੋ ਜਾਂਦੇ ਆ। ਹੁਣ ਇਸੇ ਤਰ੍ਹਾਂ ਇਹਨਾਂ ਦੇ ਲਈ ਲੈਵਲ 2 ਦੇ ਕਾਲਜਿਸ ਦੇ ਆਪਸ਼ਨ ਹੈਗੇ ਆ ਕਿ ਜਿਹਦੇ ਵਿੱਚ ਜੋ ਤੁਹਾਡੇ ਅਕੋਰਡਿੰਗ ਟੂ ਦਾ ਬਜਟ ਫਾਈਨੈਂਸ਼ੀਅਲ ਜਾ ਉਹ ਕੀ ਕਰ ਸਕਦੇ ਹੋ। ਹੁਣ ਐਕਚੁਅਲ 'ਚ ਜ਼ਿਆਦਾਤਰ ਕਿੱਥੇ ਖੜੀ ਗੱਲ ਮੁੱਕਦੀ ਆ ਕੇ ਕਿ ਮੇਜਰ ਫਾਈਨੈਂਸ਼ੀਅਲ ਸੋਰਸਿਸ ਦੇ ਉੱਤੇ। ਹੁਣ ਜਿੰਨੇ ਵੀ ਬੱਚੇ ਇਸ ਟਾਈਮ ਆਸਟ੍ਰੇਲੀਆ ਜਾ ਰਹੇ ਆ, ਕਿਸੇ ਕੋ ਵੀ ਘਰੇ ਆਪਦੇ ਫਾਈਨੈਂਸ਼ੀਅਲਸ ਨਹੀਂ ਪਏ, ਜਦ ਵੀ ਕਿਸੇ ਕੋ ਪਿਆ ਤੇ ਕਹਿ ਲਓ ਕਿ ਆਪਣੀ 6 ਮਹੀਨੇ ਦੀ ਫੀਸ ਜੋਗਾ, ਸਾਲ ਦੀ ਫੀਸ ਜੋਗਾ ਜਾਂ ਟਿਕਟ ਪਾਣੀ ਜੋਗਾ। ਹੁਣ ਗੱਲ ਕਰੀਏ, ਜੇ ਮੈਂ ਸੋਚਾਂ ਕਿ ਹਰ ਇੱਕ ਕੋ 30-35 ਲੱਖ ਪਿਆ, ਉਹ ਗੱਲ ਗਲਤ ਹੈ ਕਿ ਹਰ ਕੋਈ ਬੰਦਾ ਫੜ ਧੜ ਕੇ, ਚਾਹੇ ਆੜਤੀਏ ਤੋਂ, ਚਾਹੇ ਰਿਸ਼ਤੇਦਾਰ ਤੋਂ, ਚਾਹੇ ਫਾਈਨੈਂਸਰ ਤੋਂ ਫੜ ਕੇ ਫੰਡ ਸ਼ੋਅ ਕਰਾਉਂਦਾ ਹੈ। ਹੁਣ ਜਦੋਂ ਅਸੀਂ ਥਰਡ ਪਾਰਟੀ ਫੰਡਸ ਨੂੰ ਫਸਟ ਪਾਰਟੀ ਦਾ ਇੱਕ ਰਾਬਤਾ ਦਿੰਦੇ ਆ, ਤਾਂ ਕਿਤੇ ਨਾ ਕਿਤੇ ਉਹ ਲਿੰਗਰ ਔਨ ਹੁੰਦਾ ਹੈ। ਲਿੰਗਰ ਔਨ ਦੀ ਵਜ੍ਹਾ ਇਹ ਹੈ ਕਿ ਉਸ ਪ੍ਰੋਸੈਸ ਨੂੰ ਜਾਂ ਕਹਿ ਲਓ ਕਿ ਉਸ ਫੰਡਿੰਗ ਨੂੰ ਪ੍ਰੋਪਰ ਤੁਹਾਡੇ ਨਾਮ ਤੇ ਬੁਲਾਉਂਦੇ ਜਾਂ ਵੀਜ਼ਾ ਆਫਿਸਰ ਨੂੰ ਸੈਟੀਸਫਾਈ ਕਰਦੇ 2-3 ਮਹੀਨੇ ਦੀ ਸਟੇਟਮੈਂਟ ਨੂੰ ਕੈਰੀ ਔਨ ਕਰਨੇ ਪੈਂਦਾ ਹੈ। ਸੋ ਮੈਂ ਇਹੀ ਕਹਿਣਾ ਚਾਹੁੰਦਾ, ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਉਹਦੀ ਵੀਜ਼ਾ ਰੇਟ ਵੀ ਬੈਸਟ ਹੈ। ਜਿਵੇਂ ਉਹਨਾਂ ਦੀ ਇਸ ਟਾਈਮ ਹੁਣ ਅੰਬੈਸੀ ਦੇ 60 to 70 ਡੇਜ਼ ਦਾ ਰਿਜ਼ਲਟ ਸਿਨੈਰੀਓ ਆ ਰਿਹਾ। ਸੋ ਤੁਸੀਂ ਇਹ ਵੇਖੋ ਕਿ ਇਸ ਟਾਈਮ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਲੈਵਲ 1 ਹੈ ਚਾਹੇ ਲੈਵਲ 2 ਹੈ, ਤੁਸੀਂ ਐਡਮਿਸ਼ਨ ਮਿਲਦੀ ਹੈ ਤੇ ਗੋ ਫॉर ਇਟ ਕਿ ਤੁਸੀਂ ਇਸ ਟਾਈਮ ਆਪਣੀ ਸੀਟ ਬੁੱਕ ਕਰੋ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਹੁਣ ਕਿਹੜੇ ਇਨਟੇਕ ਲਈ ਸਟੂਡੈਂਟ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਨੇ। ਪਹਿਲਾਂ ਕਾਲ ਰਿਸੀਵ ਕਰ ਲੈਂਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ हिमांशु जी, की सवाल है? मोहाली से बात कर रहा हूँ मैम। मैं एक्चुअली मैंने बीटेक की है। ओके 2020 अभी पास आउट हुआ हूँ। 2020 में हुआ है मेरा ना। ओके मैकेनिकल में। ओके हाँ, अभी मैंने आईएलटीएस का एग्जाम दिया था जी। तो हाँ, ओवरऑल 6 है। ओवरऑल 6, ठीक है। ते ईच स्कोर कितना है? एक में मैम 5.5 है। ठीक है। कित्थे लिए अप्लाई करना चाह रहे हो? कनाडा के। ਕੈਨੇਡਾ ਅਪਲਾਈ ਕਰਨਾ ਇਹਨਾਂ ਨੇ, ਹਾਂਜੀ। ਜੀ ਬਿਲਕੁਲ, ਦੇਖੋ ਸਾਡੇ ਬੱਚਿਆਂ ਦੇ ਨਾ ਇੱਥੇ ਕਿਤੇ ਨਾ ਕਿਤੇ ਕਮੀ ਹੈਗੀ ਹੈ ਕਿ 2020 ਨੂੰ ਵੀ ਕਹਿ ਰਹੇ ਕਿ ਅਸੀਂ ਇਸੇ ਸਾਲ ਹੀ ਪਾਸ ਆਊਟ ਹੋਏ ਹਾਂ। ਸੋ ਮੈਂ ਇਹ ਚੀਜ਼ ਹਮੇਸ਼ਾ ਸਾਡੇ ਸ਼ੋਅ ਕਰਨ ਦਾ, ਡੇਲੀ ਟੀਵੀ ਚੈਨਲ ਤੇ ਐਡਸ ਦੇਣ ਦਾ ਕਾਰਨ ਕੀ ਹੈ ਕਿ ਯਾਰ ਤੁਸੀਂ ਗੈਪ ਨਾ ਬਣਾਓ। ਬਿਕੋਜ਼ ਗੈਪ ਮੈਮ ਇੱਕ ਇਦਾਂ ਦਾ ਸਿੰਗਲ ਡਾਕੂਮੈਂਟ ਹੈ ਕਿ ਜੋ ਤੁਹਾਡੇ ਲੱਖਾਂ ਰੁਪਏ ਲਗਾਏ ਬਰਬਾਦ ਕਰ ਸਕਦਾ ਹੈ, ਤੁਹਾਡੇ ਫਿਊਚਰ ਨਾਲ ਖੇਡ ਸਕਦਾ ਹੈ, ਤੁਹਾਡੇ ਕੈਰੀਅਰ ਨੂੰ ਬਰਬਾਦ ਕਰ ਸਕਦਾ ਹੈ। ਸੋ ਅਸੀਂ 2020 ਪਾਸ ਆਊਟ ਵਾਲੇ ਵੀ ਜਿਹੜਾ ਇਸੇ ਸੋਚ ਨੂੰ ਨਹੀਂ ਬਦਲ ਰਹੇ ਕਿ ਅਸੀਂ ਹੁਣੇ ਪਾਸ ਹੋਏ ਹਾਂ। ਦੇਖੋ ਮੈਂ ਮੰਨਦਾ ਕਿ ਕਿਹਦਾ ਦਿਲ ਕਰਦਾ ਕਿ ਮਾੜਾ ਖਾਵੇ, ਮਾੜਾ ਲਾਵੇ ਜਾਂ ਚੰਗੀ ਜਗ੍ਹਾ ਨਾ ਜਾਵੇ। ਹੁਣ ਗੱਲ ਕਿੱਥੇ ਮੁੱਕਦੀ ਹੈ, ਕਈ ਵਾਰੀ ਕਿਹਾ ਹੁੰਦਾ ਕਿ ਬੱਚੇ ਦੀ ਪ੍ਰੋਫਾਈਲ ਤਾਂ ਓਕੇ ਹੁੰਦੀ ਹੈ, ਪਰ ਬਟ ਉਸ ਪਰਿਵਾਰ ਦੇ ਹਾਲਾਤ ਹੀ ਕੁਛ ਇਵੇਂ ਦੇ ਹੁੰਦੇ ਕਿ ਉਸ ਟਾਈਮ ਬਜਟ ਨਹੀਂ ਹੁੰਦਾ ਅਪਲਾਈ ਕਰਨ ਦਾ। ਪਰ ਬਟ ਫਿਰ ਵੀ ਦੇਖੋ, ਜੇ ਤੁਸੀਂ 2020 ਪਾਸ ਆਊਟ ਹੋ ਤੇ ਤੁਸੀਂ ਰੀਸੈਂਟ ਪਾਸ ਨਹੀਂ ਹੋ, ਤੁਹਾਡਾ 2 ਸਾਲ ਦਾ ਗੈਪ ਹੋ ਗਿਆ। ਹੁਣ ਤੁਸੀਂ ਇਹ ਦੇਖੋ ਕਿ ਬੀਟੈਕ ਦੇ ਵਿੱਚ ਤੁਹਾਡੇ ਨੋ ਡਾਊਟ ਜੇ ਪਰਸੈਂਟੇਜ 60 ਤੋਂ ਵੱਧ ਹੈ, ਓਵਰਆਲ 6 ਤੋਂ 5.5 ਹੈ, ਇਹਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ ਅੱਛਾ ਕਾਲਜ ਲੈ ਸਕਦੇ ਹੋ। ਪਰ ਬਟ ਜਿਵੇਂ ਤੁਸੀਂ ਗ੍ਰੈਜੂਏਟ ਆਲਰੇਡੀ ਹੋ, ਤੁਸੀਂ ਮਾਸਟਰ ਨੂੰ ਜਾਣਾ, ਤੇ ਇਸ ਦੇ ਉੱਤੇ, ਇਸ ਪ੍ਰੋਫਾਈਲ ਦੇ ਉੱਤੇ ਜੇ ਮੈਂ ਕੈਨੇਡਾ ਦੀ ਵੀਜ਼ਾ ਸ਼ੋਰਟੀ ਦੀ ਗੱਲ ਕਰਾਂ ਤੇ ਗੋ ਹੈਡ ਫॉर ਦਾ ਅਟਲਾਂਟਿਕ ਸਾਈਡ, ਕਿਉਂਕਿ ਅਟਲਾਂਟਿਕ ਦੇ ਵਿੱਚ ਟੈਕਨੀਕਲ ਦੇ ਅੰਦਰ ਤੁਹਾਡੇ ਵੀਜ਼ਾ ਚਾਂਸਿਸ ਹੈਗੇ ਆ। ਜਿਵੇਂ ਤੁਸੀਂ ਨਿਊ ਬਰੰਸਵਿਕ ਕਮਿਊਨਿਟੀ ਕਾਲਜ ਲੈ ਲਓ, ਸਸਕੈਚੁਅਨ ਸਾਈਡ ਜਾਓ, ਨੋਵਾ ਸਕੋਸ਼ੀਆ ਸਾਈਡ ਜਾਓ, ਇੱਧਰ ਤੁਹਾਡੇ ਵੀਜ਼ਾ ਚਾਂਸਿਸ ਹੈਗੇ ਆ। ਜੇ ਤੁਸੀਂ ਸੋਚੋ ਕਿ 20 ਪਾਸ ਆਊਟ ਦੇ ਨਾਲ ਵਿਦ ਬੀਟੈਕ ਤੁਸੀਂ ਅੰਟਾਰੀਓ ਸਾਈਡ, BC ਸਾਈਡ ਵੀਜ਼ਾ ਲੈ ਲਓਗੇ ਤੇ ਉਧਰ 50-50 ਡਾਈਸੀ ਹੈ। ਸੋ ਜੇ ਮੈਂ ਤੁਹਾਨੂੰ ਕਹਿੰਦਾ ਕਿ ਵੀਜ਼ਾ ਚਾਹੁੰਦਾ ਤੁਸੀਂ ਕੈਨੇਡਾ ਦਾ, ਤੇ ਗੋ ਹੈਡ ਫॉर ਦਾ ਅਟਲਾਂਟਿਕ ਰੀਜਨ, ਇੱਧਰ ਵੀਜ਼ਾ ਆ ਜਾਊਗਾ ਨਾ। ਜੀ ਬਿਲਕੁਲ। ਤੇ ਆਸਟ੍ਰੇਲੀਆ ਦਾ ਮੈਂ ਗੱਲ ਕਰ ਰਹੀ ਸੀ ਕਿ ਕਿਹੜੇ ਇਨਟੇਕ ਲਈ ਸਟੂਡੈਂਟਸ ਅਪਲਾਈ ਕਰ ਸਕਦੇ ਨੇ, ਔਰ ਆਸਟ੍ਰੇਲੀਆ ਦਾ ਹੁਣ ਪ੍ਰੈਜ਼ੈਂਟ ਜਿਹੜੇ ਰਿਜ਼ਲਟ ਆ ਰਹੇ ਕਿਸ ਤਰ੍ਹਾਂ ਦੇ ਨੇ? ਜੀ ਬਿਲਕੁਲ, ਜੋ ਆਸਟ੍ਰੇਲੀਆ ਦੇ ਰਿਜ਼ਲਟ ਰੇਸ਼ੋ ਹੈ ਅੱਗੇ ਨਾਲੋਂ ਕਾਫੀ ਜ਼ਿਆਦਾ ਸੁਧਾਰ ਹੈਗਾ ਕਿ ਇਸ ਟਾਈਮ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤੇ 10 ਵਿੱਚੋਂ 8 ਦੇ ਵੀਜ਼ੇ ਇਸ ਟਾਈਮ ਆ ਰਹੇ ਆ। ਹੁਣ ਜਿਹੜੇ 2 ਬੰਦੇ ਰਿਫਿਊਜ਼ ਹੋ ਰਹੇ ਆ, ਉਹ ਰਿਫਿਊਜ਼ਲ ਦੇ ਮੇਜਰ ਕਲੋਜ਼ਸ ਕੀ ਹੈ, ਉਹ ਦੇਖੋ ਨਾ। ਹੁਣ ਆਸਟ੍ਰੇਲੀਆ ਹੈ, ਉਹ ਜੋ ਵੀ ਜਿਸ ਟਰਮਸ ਦੇ ਉੱਤੇ ਤੁਹਾਨੂੰ ਰਿਫਿਊਜ਼ ਕਰਦਾ ਹੈ, ਪ੍ਰੋਪਰ ਉਸ ਟਰਮਸ ਨੂੰ ਪ੍ਰੋਪਰ ਹਾਈਲਾਈਟ ਕਰਦਾ ਹੈ ਕਿ ਬਾਈ ਜੀ ਤੁਹਾਨੂੰ ਇਸ ਪੁਆਇੰਟ ਤੇ ਤੁਸੀਂ ਇੱਥੇ ਲੈਕ ਕਰ ਰਹੇ ਹੋ, ਇਸ ਪੁਆਇੰਟ ਤੇ ਤੁਸੀਂ ਇੱਥੇ ਲੈਕ ਕਰ ਰਹੇ ਹੋ। ਹੁਣ ਅਸੀਂ ਲੋਕ ਕਹਿੰਦੇ ਆ ਕਿ ਜਦੋਂ ਇੱਕ ਵਾਰੀ ਬੱਚਾ ਰਿਫਿਊਜ਼ ਹੋ ਜਾਂਦਾ ਤੇ ਆਫਟਰ 6 ਮੰਥ ਤੱਕ ਤੁਸੀਂ ਜਾਂ ਕਹ ਲਓ ਦੁਬਾਰਾ ਆਸਟ੍ਰੇਲੀਆ ਅਪਲਾਈ ਨਹੀਂ ਕਰ ਸਕਦੇ। ਐਸਾ ਕੁਝ ਨਹੀਂ ਹੈ, ਇਹ ਸਾਡੇ ਲੋਕਾਂ ਦਾ ਵਹਿਮ ਹੈ ਕਿ ਯਾਰ ਤੁਸੀਂ ਇੱਕ ਵਾਰੀ ਅਪਲਾਈ ਹੋ ਗਏ ਤਾਂ ਆਸਟ੍ਰੇਲੀਆ ਵੀਜ਼ਾ ਨਹੀਂ ਦਿੰਦਾ। ਸਾਡੇ ਕੋਲ ਕਾਫੀ ਜ਼ਿਆਦਾ ਵੀਜ਼ਾ ਸਟੋਰੀ ਹੈਗੀ ਹੈ ਕਿ ਜੋ ਬੱਚੇ 1-2 ਵਾਰ ਰਿਫਿਊਜ਼ ਵੀ ਹੋ ਗਿਆ, ਦੁਬਾਰਾ ਰੀਅਪਲਾਈ ਕਰਨ ਤੇ ਅਸੀਂ ਆਸਟ੍ਰੇਲੀਆ ਦਾ ਵੀਜ਼ਾ ਲਿਆ। ਅਸੀਂ ਹਮੇਸ਼ਾ ਇੱਕ ਚੀਜ਼ ਸਮਝਾਉਂਦੇ ਹਾਂ ਕਿ ਰਿਫਿਊਜ਼ਲ ਚੀਜ਼ ਕੀ ਹੈ, ਕਿ ਰਿਫਿਊਜ਼ਲ ਹੈ ਕਿ ਤੁਹਾਡੀ ਜਿਹੜੀ ਫਾਈਲ ਦੀ ਰਿਪਰੈਜ਼ੈਂਟੇਸ਼ਨ ਹੈ ਉਹ ਵੀਜ਼ਾ ਆਫਿਸਰ ਨੂੰ ਪਸੰਦ ਨਹੀਂ ਆਈ, ਕਿ ਤੁਹਾਡਾ ਜੋ ਬਾਹਰ ਜਾਣ ਦਾ ਜਰੀਆ ਦੇ ਲਈ ਤੁਸੀਂ ਜਿਹੜੀ ਆਪਣੀ ਚਿੱਠੀ ਦਿੱਤੀ ਸੀ, ਆਪਣੀ ਅਪੀਲ ਕੀਤੀ ਸੀ, ਹੈ ਨਾ, ਜੋ ਤੁਸੀਂ ਆਪਣਾ ਵਿਸਤਾਰਪੂਰਵਕ ਆਪਣਾ ਲੈਟਰ ਦਿੱਤਾ ਸੀ, ਉਸ ਦੇ
ਉੱਤੇ ਤੁਹਾਡਾ ਵੀਜ਼ਾ ਆਫੀਸਰ ਇੰਪ੍ਰੈਸ ਨਹੀਂ ਹੋਇਆ, ਤੁਸੀਂ ਜਿਸ ਚੀਜ਼ਾਂ ਦੇ ਉੱਤੇ ਤੁਹਾਨੂੰ ਨੇ ਰਿਫਿਊਜ਼ ਕੀਤਾ ਹੈ, ਜੇ ਤੁਸੀਂ ਉਸ ਚੀਜ਼ ਨੂੰ ਰੀਪੋਲਿਸ਼ ਕਰ ਦਿੰਦੇ ਹੋ, ਵੀਜ਼ਾ ਆਫੀਸਰ ਨੂੰ ਸੈਟੀਸਫਾਈ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ, ਤੇ ਡੈਫੀਨੇਟਲੀ ਉਹ ਤੁਹਾਨੂੰ ਸਕਸੈਸ ਦੇਣਗੇ। ਬਿਲਕੁਲ ਸਹੀ ਕਿਹਾ ਤੁਸੀਂ। ਸੋ ਇਹਨਾਂ ਗੱਲਾਂ ਦਾ ਧਿਆਨ ਤੁਸੀਂ ਰੱਖੋ, ਇਸ ਲਈ ਅਸੀਂ ਇਸ ਸ਼ੋਅ ਦੇ ਵਿੱਚ ਸਾਰੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਧਿਆਨ ਵਿੱਚ ਰੱਖਿਆ ਕਰੋ। ਕਦੀ ਵੀ ਕਿਤੇ ਵੀ ਚਾਹੇ ਅਪਲਾਈ ਕਰਨ ਜਾ ਰਹੇ ਹੋ, ਸਭ ਤੋਂ ਜ਼ਰੂਰੀ ਕਿ ਤੁਸੀਂ ਇਹ ਚੀਜ਼ ਜ਼ਰੂਰ ਸਮਝ ਲਿਆ ਕਰੋ ਤੁਹਾਡੀ ਪ੍ਰੋਫਾਈਲ ਕਿੱਥੇ ਲਈ ਐਲੀਜੀਬਲ ਹੈ। ਇਹ ਸਭ ਤੋਂ ਜ਼ਰੂਰੀ ਸਟੂਡੈਂਟਸ ਲਈ ਸਮਝਣਾ ਹੈ, ਕਿਉਂਕਿ ਜਦੋਂ ਤੁਸੀਂ ਕਿਤੇ ਐਲੀਜੀਬਲ ਨਹੀਂ ਹੁੰਦੇ, ਧੱਕੇ ਨਾਲ ਤੁਸੀਂ ਆਪਣੀ ਫਾਈਲ ਲਗਵਾ ਦਿੰਦੇ ਹੋ ਕਿ ਮੇਰਾ ਫਲਾਣਾ ਰਿਸ਼ਤੇਦਾਰ ਉੱਥੇ ਆ, ਮੈਂ ਉੱਥੇ ਹੀ ਲਗਾਉਣਾ, ਫਿਰ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ, ਜਿਸ ਦੇ ਨਾਲ ਤੁਹਾਡੇ ਪੈਸੇ, ਤੁਹਾਡਾ ਕੀਮਤੀ ਸਮਾਂ, ਸਭ ਚੀਜ਼ ਦੀ ਬਰਬਾਦੀ ਹੁੰਦੀ ਹੈ। ਤੇ ਬਾਅਦ ਵਿੱਚ ਇੱਕ ਕੰਸਲਟੈਂਟ ਦੀ ਵੀ ਜੋ ਹੈ ਪ੍ਰੋਫਾਈਲ ਖਰਾਬ ਜ਼ਰੂਰ ਹੁੰਦੀ ਹੈ ਕਿ ਫਾਈਲ ਲਗਾਈ ਗਈ ਤੇ ਉਹਨਾਂ ਦਾ ਵੀਜ਼ਾ ਨਹੀਂ ਆਇਆ। ਦੇਖੋ ਐਕਚੁਅਲੀ ਪਤਾ ਕੀ ਹੈ, ਇਹ ਇਮੀਗ੍ਰੇਸ਼ਨ ਇੰਡਸਟਰੀ ਹੀ ਇਵੇਂ ਦੀ ਹੈ ਕਿ ਜੇ ਤਾਂ ਅਸੀਂ ਕਿਸੇ ਦਾ ਕੰਮ ਕਰ ਦਾਂਗੇ, ਅਸੀਂ ਉਹਨਾਂ ਲਈ ਰੱਬ ਹਾਂ, ਨਹੀਂ ਕੀਤੇ ਤਾਂ ਸਭ ਤੋਂ ਵੱਡਾ ਦੁਸ਼ਮਣ ਅਸੀਂ ਹੀ ਹਾਂ। ਦੇਖੋ ਕਿ ਹਜੇ ਕਿ ਵੀਜ਼ਾ ਦੇਣ ਦੀ ਅਥਾਰਟੀ ਜਾਂ ਕਹਿ ਲਓ ਕਿ ਵੀਜ਼ਾ ਦੇਣ ਦੀ ਪਾਵਰ ਕਦੇ ਵੀ ਕਿਸੇ ਏਜੰਟ ਦੇ ਕੰਸਲਟੈਂਟ ਦੇ ਹੱਥ ਨਹੀਂ ਹੈ। ਵੀਜ਼ਾ ਦੇਣਾ ਨਹੀਂ ਦੇਣਾ ਉਹ ਅੰਬੈਸੀ ਦੇ ਉੱਤੇ ਡਿਪੈਂਡ ਕਰਦਾ ਹੈ। ਪਰ ਬਟ ਇੱਕ ਜੋ ਮੈਂ ਕਹਿ ਲਓ ਕਿ ਸਹੀ ਏਜੰਟ ਦੇ ਹੱਥ ਸਹੀ ਰਸਤਾ ਦਿਖਾਣਾ ਤਾਂ ਹੈਗਾ। ਬਿਲਕੁਲ ਠੀਕ ਹੈ, ਤੁਸੀਂ ਬੱਚੇ ਨੂੰ ਸਹੀ ਗਾਈਡ ਤਾਂ ਕਰ ਸਕਦੇ ਹੋ। ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਯਾਰ ਰਿਫਿਊਜ਼ ਹੋਣ ਦਾ ਸਾਡਾ ਬਹੁਤ ਤਗੜਾ ਕਾਰਨ ਹੈ ਕਿ ਸਾਡੇ ਰਿਸ਼ਤੇਦਾਰ ਉੱਥੇ ਹੈ, ਉੱਥੇ ਨਹੀਂ ਹੈਗੇ। ਹੁਣ ਦੇਖੋ ਕੀ ਹੁੰਦਾ ਹੈ ਕੈਨੇਡਾ ਵਿੱਚ, ਅਸੀਂ ਕਿਉਂ ਆਪਾਂ ਨੋਟਿਸ ਕਰਦੇ ਹਾਂ ਕਿ ਯਾਰ 105 ਦਾ ਵੀਜ਼ਾ ਆ ਗਿਆ, 6.5 ਵਾਲਾ ਰਿਫਿਊਜ਼ ਹੋ ਗਿਆ। ਐਕਚੁਅਲੀ ਕੀ ਹੈਗਾ ਕਿ ਜਿਹੜੀ ਉੱਥੇ ਨਾ ਫੈਡਰਲ ਨੂੰ, ਜੇ ਆਪਾਂ ਸਾਡੇ ਵਿਊਅਰ ਸਮਝਦੇ ਹੋਣਗੇ, ਫੈਡਰਲ ਤੇ ਪ੍ਰੋਵਿੰਸ ਵਾਈਜ਼, ਕਿਉਂਕਿ ਫੈਡਰਲ ਗਵਰਨਮੈਂਟ ਦੇ ਕੰਟਰੈਕਟ ਹੁੰਦੇ ਆ ਪ੍ਰੋਵਿੰਸਿਸ ਦੇ ਨਾਲ, ਸਟੇਟ ਦੇ ਨਾਲ, ਕਿ ਸਾਨੂੰ ਇਸ ਲੈਵਲ ਦੇ ਜਾਂ ਕਹਿ ਲਓ ਕਿ ਇਸ ਸੈਕਟਰ ਦੇ ਜ਼ਿਆਦਾ ਸਟੂਡੈਂਟਸ ਚਾਹੀਦੇ ਆ, ਡਿਮਾਂਡ ਹੁੰਦੀ ਹੈ। ਸੋ ਉਹਨਾਂ ਦੀ ਵੀਜ਼ਾ ਰੇਸ਼ੋ 'ਚ ਕਿਤੇ ਨਾ ਕਿਤੇ ਇਹ ਬੜਾ ਇੱਕ ਪਲੱਸ ਪੁਆਇੰਟ ਹੈ ਕਿ ਜੋ ਅਸੀਂ ਲੌਜੀਕਲੀ ਨਹੀਂ ਸਮਝਦੇ, ਬਿਕੋਜ਼ ਕਈ ਵਾਰੀ ਕਹਿੰਦੇ ਆ ਯਾਰ ਕਿ ਬੈਂਡ ਤਾਂ 7 ਤੇ ਵੀ ਈਸਟ ਤੇ ਵੀ ਰਿਫਿਊਜ਼ ਹੋ ਜਾਂਦੇ ਹੋ, ਪਰ ਲੇਕਿਨ ਜਿਹੜੇ ਮੈਂ ਤੁਹਾਨੂੰ ਦੱਸਾਂ ਜਦੋਂ ਰਿਫਿਊਜ਼ਲ ਤੇ ਆ ਗਏ, ਉਹ ਜ਼ਰੂਰੀ ਨਹੀਂ ਕਿ ਤੁਸੀਂ ਇਕੱਲਾ ਬੈਂਡ ਨੂੰ ਹੀ ਦੋਸ਼ ਦੇ ਰਹੇ ਹੋ ਕਿ ਬੈਂਡ 105 ਦਾ ਤਾਂ ਰਿਫਿਊਜ਼ ਹੋ ਗਿਆ, 7 ਈਸਟ ਤਾਂ ਰਿਫਿਊਜ਼ ਹੋ ਗਿਆ। ਐਕਚੁਅਲੀ ਕੀ ਹੈ ਕਿ ਬਹੁਤ ਸਿਸਟਮੈਟਿਕਲੀ ਜੋ ਮੇਜਰ ਹਾਇਰ ਕਹਿ ਲਓ ਕਿ ਗਵਰਨਮੈਂਟ ਕਮਿਊਨਿਟੀਜ਼ ਹੈਗੀਆਂ, ਇਹ ਬੜਾ ਤਗੜਾ ਇੱਕ ਕਹਿ ਲਓ ਕਿ ਪ੍ਰੋਜੈਕਟ ਹੈ ਕਿ ਜਿਹਨੂੰ ਉਹਨਾਂ ਨੇ ਇੱਕ ਬੜੇ ਹਾਈ ਸਕੇਲ ਲੈਵਲ ਤੇ ਮੋਡਰੇਟ ਕਰ ਰਹੇ। ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਅਕਸਰ ਇਹ ਚੀਜ਼ ਹੁੰਦੀ ਹੈ ਕਿ ਕੀ ਡਿਮਾਂਡ ਹੈ, ਕਿਸ ਹਿਸਾਬ ਨਾਲ ਕਿਹੜੇ ਕੋਰਸ 'ਚ ਐਡਮਿਸ਼ਨ ਲਈ ਜਾਏ, ਜਾਂ ਕਿਵੇਂ ਤੁਸੀਂ ਅੱਗੇ ਵੱਧ ਕੇ ਸਕਸੈਸਫੁਲੀ ਵੀਜ਼ਾ ਲੈ ਸਕਦੇ ਹੋ। ਇੱਕ ਚੰਗਾ ਕੰਸਲਟੈਂਟ ਹੀ ਤੁਹਾਨੂੰ ਗਾਈਡ ਕਰ ਸਕਦਾ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਡਮ, ਮੈਂ ਅਸ਼ੋਕ ਬਾਤ ਕਰ ਰਿਹਾ ਜੀ, ਤਰਨਤਾਰਨ ਤੋਂ। ਹਾਂਜੀ ਅਸ਼ੋਕ ਜੀ, ਕੀ ਸਵਾਲ ਹੈ? ਮੈਡਮ ਮੈਂ ਆਪਣੇ ਬੇਟੇ ਬਾਰੇ ਪੁੱਛਣਾ ਚਾਹਨਾ, ਉਹਦੇ ਆਪਾਂ 4-5 ਵਾਰ ਪੇਪਰ ਦਵਾ ਬੈਠੇ ਹਾਂ ਤੇ ਉਹਦੇ ਆਈਲੈਟਸ 'ਚ 5.5 ਤੋਂ ਉੱਤੇ ਆ ਹੀ ਨਹੀਂ ਰਹੇ। ਓਕੇ, ਕੀ ਕੁਆਲੀਫਿਕੇਸ਼ਨ ਕੀ ਹੈ? ਕੁਆਲੀਫਿਕੇਸ਼ਨ ਹੈ ਜੀ +2 ਕਰੀ ਹੈ 2018 'ਚ। 18 ਵਿੱਚ ਕੀਤੀ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਆਪਾਂ 5ਵੀਂ ਵਾਰ ਆਇਲੈਟਸ ਕਰਦੇ ਹਾਂ ਜੀ, ਉਹਦੇ 'ਚ ਵੀ 5.5 ਹੀ ਆਉਂਦੇ ਨੇ ਮੈਡਮ ਓਵਰਆਲ। ਓਕੇ, ਠੀਕ ਹੈ। ਮੈਂ ਸਰ ਤੋਂ ਇਹ ਪੁੱਛਣਾ ਚਾਹਨਾ ਜੀ ਵੀ ਇਹ ਬੈਂਡ ਸਕੋਰ ਵੱਧ ਸਕਦੇ ਹੈ ਜਾਂ ਇਹਦਾ ਕਿਹੜੀ ਕੰਟਰੀ ਵਿਦਆਊਟ ਆਈਲੈਟਸ ਹੋ ਸਕਦਾ ਹੈ ਜੀ, ਕਿਉਂਕਿ 5.5 ਤੇ ਕੈਨੇਡਾ ਦੇ ਤਾਂ ਵੀਜ਼ਾ ਹੋਊਗਾ ਨਹੀਂ ਜੀ। ਹਾਂ ਦੇਖੋ ਅਸ਼ੋਕ ਜੀ, ਬੈਂਡਸ ਤਾਂ ਤੁਹਾਡੇ ਬੇਟੇ ਨੂੰ ਹੀ ਐਫਰਟਸ ਕਰਨੇ ਪੈਣਗੇ, ਇਹਦੇ 'ਚ ਅਸੀਂ ਕੁਝ ਹੈਲਪ ਨਹੀਂ ਕਰ ਸਕਦੇ। ਹਾਂ ਜ਼ਰੂਰ ਹੈ ਕਿ ਜੋ ਇਸ ਟਾਈਮ ਅੰਬੈਸੀ ਦਾ ਕਹਿ ਲਓ ਕਿ ਆਈਲੈਟਸ ਦਾ ਸਿਨੈਰੀਓ ਹੈ, ਜੋ ਲੇਟੈਸਟ ਪੇਪਰਸ ਆ ਉਹਦਾ ਤੁਹਾਨੂੰ ਮਟੀਰੀਅਲ ਪ੍ਰੋਵਾਈਡ ਕਰ ਸਕਦੇ ਹਾਂ। ਅੱਛਾ ਅਸ਼ੋਕ ਜੀ, ਜੋ ਤੁਹਾਡੇ ਬੱਚੇ ਦੀ ਪ੍ਰੋਫਾਈਲ ਹੈ, ਇਸ ਟਾਈਮ ਕਾਫੀ ਬੱਚਿਆਂ ਦੀ ਇਸ ਤਰ੍ਹਾਂ ਦੀ ਪ੍ਰੋਫਾਈਲ ਹੈ ਕਿ ਬੱਚਾ 17, 18, 19 ਪਾਸ ਆਊਟ ਹੈਗਾ ਜਾਂ ਰੀਸੈਂਟ ਪਾਸ ਆਊਟ ਵੀ ਹੈਗਾ, 15 ਪਾਸ ਆਊਟ ਹੈਗਾ, ਪਰ ਬਟ ਉਹਦੇ ਬੈਂਡਸ ਨਹੀਂ ਆ ਰਹੇ, ਇਸ ਕਰਕੇ ਵਰੀਡ ਹੈ। 5 ਵਾਰ 10 ਵਾਰ ਪੇਪਰ ਕਰ ਚੁੱਕੇ ਹਾਂ। ਸੋ ਉਹਨਾਂ ਸਾਰੇ ਬੱਚਿਆਂ ਦੇ ਲਈ ਅਸੀਂ ਇੱਕ ਬੜਾ ਤਗੜਾ ਪ੍ਰੋਜੈਕਟ ਕਹਿ ਲਓ ਕਿ ਨਾਰਥ ਏਰੀਆ ਦੇ ਵਿੱਚ ਫਸਟ ਟਾਈਮ ਆਪਣੇ ਲੈ ਕੇ ਆਏ ਹਾਂ। ਮੈਂ ਪ੍ਰੋਪਰ ਇਸ ਚੀਜ਼ ਨੂੰ ਥੋੜਾ ਲੈਂਥੀ ਖਿੱਚ ਕੇ ਚੱਲੂੰਗਾ। ਹੁਣ ਦੇਖੋ, ਅਸੀਂ ਜਦੋਂ ਵੀ ਬੱਚੇ ਦੇ ਬੈਂਡ ਸਕੋਰ ਘੱਟ ਹੁੰਦੇ ਆ ਤੇ ਜਾਂ ਕਹਿ ਲਓ ਕਿ ਜ਼ਿਆਦਾਤਰ ਕੋਈ ਵੀ ਅੱਜ ਦੇ ਟਾਈਮ ਤੇ ਬਾਹਰ ਜਾਣਾ ਚਾਹੁੰਦਾ, ਉਹਦਾ ਪਹਿਲਾ ਡ੍ਰੀਮ ਡੈਸਟੀਨੇਸ਼ਨ ਹੈਗਾ ਕੈਨੇਡਾ ਆਸਟ੍ਰੇਲੀਆ। ਬਹੁਤ ਰੇਅਰ ਬੱਚੇ ਹੈ ਕਿ ਕੈਨੇਡਾ ਆਸਟ੍ਰੇਲੀਆ ਨਹੀਂ ਜਾਂਦੇ, ਉਹ ਨਹੀਂ ਇਸ ਤੋਂ ਜਾਣਗੇ ਭੱਜਦੇ ਹੋਣਗੇ। ਫਿਰ ਕੰਸਰਨ ਕੀ ਹੁੰਦਾ ਹੈ ਕਿ ਜਦੋਂ ਕੈਨੇਡਾ ਆਸਟ੍ਰੇਲੀਆ ਤੋਂ ਆਪਾਂ ਰਿਫਿਊਜ਼ ਹੋ ਜਾਂਦੇ ਆ, ਫਿਰ ਆਪਾਂ UK USA ਸੋਚਦੇ ਹਾਂ। ਹੁਣ ਮੈਂ ਤੁਹਾਨੂੰ ਇੱਕ ਸਭ ਤੋਂ ਬੈਸਟ ਦੱਸਣਾ ਚਾਹੁੰਦਾ ਕਿ ਜਿਸ 'ਚ ਤੁਹਾਡੀ ਆਊਟਪੁੱਟ ਵੀ ਆਊਗੀ, ਜੇ ਤੁਹਾਡਾ ਗੈਪ ਹੈ, ਤੁਸੀਂ 8th ਫੇਲ ਹੋ, ਅੱਛੀ ਕੰਟਰੀ ਜਾਣਾ ਚਾਹੁੰਦੇ ਹੋ, ਤੁਹਾਡੇ ਦਰਵਾਜ਼ੇ ਬੰਦ ਨਹੀਂ ਹੈ। ਹੇਅਰਸ ਦਾ ਟਾਈ ਅਪ ਬਾਏ ਦਾ ਦੁਬਈ। ਮੈਂ ਫਸਟ ਆਫ ਆਲ ਕਹਿਣਾ ਚਾਹੁੰਦਾ ਕਿ ਸਾਡੇ ਦੁਬਈ ਦੇ ਵਿੱਚ ਅੱਛੇ ਕਾਲਜਿਸ ਹੈਗੇ ਨਾਲ ਟਾਈ ਅਪ ਹੈ ਕਿ ਜਿਨ੍ਹਾਂ ਦੇ ਵਿੱਚ ਤੁਸੀਂ 1 ਸਾਲ ਉੱਥੇ ਸਟੱਡੀ ਕਰੋਗੇ। ਆਫਟਰ ਦੈਟ ਦੇ ਹੈਡ ਟਾਈ ਅਪਸ ਇਨ ਫਰਾਂਸ,
ਇਟਲੀ, ਕੈਨੇਡਾ, ਯੂਕੇ, ਆਸਟ੍ਰੇਲੀਆ। ਹੁਣ ਇਹਦੇ ਚ ਕੰਡੀਸ਼ਨ ਕੀ ਹੈ ਕਿ ਜਿੱਦਾਂ ਆਪਾਂ ਸੋਚਦੇ ਹਾਂ ਕਿ ਯਾਰ ਦੁਬਈ ਦੇ ਵਿੱਚ ਅਸੀਂ 70-80 ਹਜ਼ਾਰ ਚ ਵਰਕ ਤੇ ਵੀ ਜਾ ਸਕਦੇ ਹਾਂ, ਪਰ ਅਸੀਂ ਇਹ ਨਹੀਂ ਸੋਚ ਰਹੇ ਜਿਹੜਾ 70-80 ਹਜ਼ਾਰ ਦੇ ਲੱਖ ਰੁਪਏ ਦੇ ਵਰਕ ਪਰਮਿਟ ਨਾਲ ਉੱਥੇ ਜਾ ਰਿਹਾ ਉਹਦੀ ਸੈਲਰੀ ਵੀ 20-30 ਹਜ਼ਾਰ ਹੈ। ਬਿਲਕੁਲ ਬਿਲਕੁਲ, ਉਹਦੀ ਸੈਲਰੀ ਕੋਈ ਵਾਈਟ ਕੋਲਰ ਜੋਬ ਨਹੀਂ ਹੈਗੀ। ਸੋ ਇਹਦੇ ਵਿੱਚ ਕੀ ਹੈਗਾ ਕਿ ਜੋ ਤੁਹਾਨੂੰ ਇੱਕ ਪਾਰਟਿਕੂਲਰ ਐਮੀਰੇਟਸ ਆਈਡੀ ਮਿਲੇਗੀ ਜਿਸ 'ਚ ਤੁਹਾਨੂੰ ਫੁੱਲ ਟਾਈਮ ਵਰਕਿੰਗ ਰਾਈਟਸ ਹੈਗੇ। ਦੇਖੋ ਨਾ, ਹੁਣ ਜਦੋਂ ਕਈ ਵਾਰੀ ਅਸੀਂ ਛੋਟੀ ਕੰਟਰੀ ਜਾਂਦੇ ਹਾਂ, ਸਿੰਗਾਪੁਰ ਜਾਂ ਸਾਈਪਰਸ, ਸਿੰਗਾਪੁਰ ਦੇ ਵਿੱਚ ਤੁਹਾਡੀ ਸੈਟਲਮੈਂਟ ਨਹੀਂ ਹੈ, 1 ਸਾਲ ਕਰਨ ਤੋਂ ਬਾਅਦ ਤੁਹਾਨੂੰ ਇੰਡੀਆ ਵਾਪਿਸ ਆਣੇ ਪੈਂਦਾ ਹੈ। ਹੁਣ ਸਾਈਪਰਸ ਦੇ ਵਿੱਚ ਕੀ ਹੈ, 5.5 ਬੈਂਡ ਮਸਟ ਕਰ ਦਿੱਤੇ ਹੈ। ਸੋ ਦੁਬਈ ਇੱਕ ਕਾਫੀ ਕਹਿ ਲਓ ਕਿ ਇੱਕ ਪੀਕ ਡੈਸਟੀਨੇਸ਼ਨ ਹੈ ਐਸ ਪਰ ਦਾ ਸਰਵਾਈਵਲ ਔਰ ਬੱਚੇ ਦੇ ਕੈਰੀਅਰ ਦੇ ਲਈ। ਬਿਲਕੁਲ, ਔਰ ਇਸੇ ਮਕਸਦ ਨਾਲ ਅਸੀਂ ਸ਼ੋਅ ਲੈ ਕੇ ਆਨੇ ਆ ਕਿ ਅਸੀਂ ਹਰ ਇੱਕ ਤਰ੍ਹਾਂ ਦੀ ਆਪਸ਼ਨ ਜੋ ਹੈ ਸਟੂਡੈਂਟਸ ਨੂੰ ਦੱਸ ਸਕੀਏ, ਕਿਉਂਕਿ ਬਹੁਤ ਤਰ੍ਹਾਂ ਦੀਆਂ ਪ੍ਰੋਫਾਈਲਸ ਹੁੰਦੀਆਂ ਚੰਗੀਆਂ ਤੋਂ ਚੰਗੀਆਂ। ਔਰ ਜਿਸ ਤਰੀਕੇ ਨਾਲ ਇਹ ਕਾਲ ਸੀਗੀ ਕਿ 4-5 ਵਾਰੀ ਟਰਾਈ ਕਰਨ ਤੋਂ ਬਾਅਦ ਵੀ ਚੰਗਾ ਆਇਲਸ ਕੋ ਨਹੀਂ ਆ ਪਾ ਰਿਹਾ, ਉਹਨਾਂ ਸਟੂਡੈਂਟਸ ਲਈ ਵੀ ਚੰਗੀਆਂ ਆਪਸ਼ਨਸ ਜ਼ਰੂਰ ਹੁੰਦੀਆਂ। ਸੈਮੀਨਾਰ 'ਚ ਸਭ ਕੁਝ ਲੈ ਕੇ ਆਵਾਂਗੇ ਅਸੀਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ। ਜੀ ਸੈਮੀਨਾਰ ਬਾਰੇ ਦੱਸਣਾ ਚਾਹੋਗੇ ਕੁਝ? ਜੀ ਬਿਲਕੁਲ, ਸਾਡੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸੈਮੀਨਾਰਾਂ ਦੀ ਲੜੀ ਦੇ ਵਿੱਚ 3 ਸੈਮੀਨਾਰ ਸਾਡੇ ਹੋਰ ਐਡ ਆਨ ਹੋ ਗਏ ਆ। 20 ਤਰੀਕ ਨੂੰ ਅਸੀਂ ਆ ਰਹੇ ਹਾਂ ਲੁਧਿਆਣੇ, 23 ਤਰੀਕ ਨੂੰ ਅਸੀਂ ਆ ਰਹੇ ਹਾਂ ਅੰਮ੍ਰਿਤਸਰ ਤੇ 30 ਤਰੀਕ ਨੂੰ ਆ ਰਹੇ ਹਾਂ ਅਸੀਂ ਪਠਾਨਕੋਟ। ਠੀਕ ਹੈ ਜੀ, ਬਿਲਕੁਲ। ਸੋ ਤੁਸੀਂ ਜ਼ਰੂਰ ਇਹਨਾਂ ਤਰੀਕਾਂ ਤੇ ਸੈਮੀਨਾਰ ਦਾ ਹਿੱਸਾ ਬਣ ਕੇ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਸ਼ੋਅ ਵਿੱਚ ਆ ਕੇ ਸਾਰੀਆਂ ਗੱਲਾਂ ਸਾਡੇ ਦਰਸ਼ਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਮੀਦ ਕਰਦੇ ਹਾਂ ਹਮੇਸ਼ਾ ਇਸ ਸ਼ੋਅ ਨੂੰ ਨਾਲ ਜਿਵੇਂ ਤੁਸੀਂ ਜੁੜੇ ਰਹਿੰਦੇ ਹੋ, ਆਪਣਾ ਪਿਆਰ ਇਸ ਸ਼ੋਅ ਨੂੰ ਦਿੰਦੇ ਹੋ, ਆਪਣੇ ਸਵਾਲ ਸਾਡੇ ਤੱਕ ਪਹੁੰਚਾਉਂਦੇ ਹੋ ਤੇ ਅਸੀਂ ਵੀ ਕੋਸ਼ਿਸ਼ ਹਮੇਸ਼ਾ ਕਰਦੇ ਹਾਂ ਤੁਹਾਡੇ ਸਵਾਲਾਂ ਦੇ ਜਵਾਬ ਇੱਕ ਮਾਹਿਰ ਨਜ਼ਰੀਏ ਤੋਂ, ਇੱਕ ਚੰਗੇ ਕੰਸਲਟੈਂਟ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਜੀ। ਸੋ ਜਾਣ ਤੋਂ ਪਹਿਲਾਂ ਤੁਹਾਨੂੰ ਮਿਲਵਾਉਂਦੇ ਹਾਂ ਜੀ ਉਹਨਾਂ ਸਟੂਡੈਂਟਸ ਦੇ ਨਾਲ ਜਿਨ੍ਹਾਂ ਨੇ ਐਸਐਸ ਮੋਹਾਲੀ ਤੋਂ ਫਾਈਲ ਪ੍ਰੋਸੈਸ ਕਰਵਾਈ, ਉਹਨਾਂ ਦੇ ਵੀਜ਼ਾ ਲੱਗ ਚੁੱਕੇ ਨੇ, ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਜਾਣਦੇ ਆ ਉਹਨਾਂ ਦੀ ਹੀ ਜ਼ੁਬਾਨੀ। ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਆਸਟ੍ਰੇਲੀਆ ਦਾ ਇੱਕ ਹੋਰ ਵੀਜ਼ਾ ਅਚੀਵ ਕਰ ਰਿਹਾ ਕਲਚਰ ਐਕਸਚੇਂਜ ਦਾ। ਇਹ ਹਰਪ੍ਰੀਤ ਕੌਰ ਨੇ ਅੰਬਾਲਾ ਤੋਂ, ਇਹ ਸਾਡੇ ਕੋਲ ਆਉਂਦੇ ਹੈ ਤਾਂ ਅਸੀਂ ਇਹਨਾਂ ਦਾ ਵੀਜ਼ਾ ਪ੍ਰੋਸੈਸ ਕਰਦੇ ਹਾਂ ਤੇ ਅੱਜ ਇਹਨਾਂ ਦਾ ਵੀਜ਼ਾ ਆ ਗਿਆ। ਸੋ ਮੈਂ ਜੋ ਵੀ ਤੁਹਾਡਾ ਸਾਡੀ ਕੰਪਨੀ ਦੇ ਨਾਲ ਐਕਸਪੀਰੀਅੰਸ ਹੈ ਇੱਕ ਵਾਰੀ ਸਾਡੇ ਵਿਊਅਰਸ ਦੇ ਨਾਲ ਸ਼ੇਅਰ ਕਰੋ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਕਹਿਣਾ ਚਾਹਾਂਗੀ ਕਿ ਮੈਂ ਫੇਸਬੁੱਕ ਤੇ ਇਹਨਾਂ ਦੀ ਐਡ ਦੇਖੀ, ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਾਲ ਕੀਤਾ, ਉਸ ਤੋਂ ਬਾਅਦ ਇਹਨਾਂ ਦੇ ਆਫਿਸ ਵਿਜ਼ਿਟ ਕੀਤਾ, ਇਹਨਾਂ ਨੇ ਮੈਨੂੰ ਸਾਰੀ ਪ੍ਰੋਸੈਸ ਸਮਝਾਈ, ਜੋ ਇਹਨਾਂ ਦੀ ਸਾਰੀ ਸਰਵਿਸਿਜ਼ ਸੀ ਉਹ ਮੈਨੂੰ ਬਹੁਤ ਵਧੀਆ ਲੱਗੀ ਤੇ ਉਸ ਤੋਂ ਬਾਅਦ ਮੇਰਾ ਸਾਰਾ ਪ੍ਰੋਸੈਸ ਸਟਾਰਟ ਕੀਤਾ ਤੇ ਮੇਰਾ ਕਲਚਰ ਵੀਜ਼ਾ ਆ ਗਿਆ। ਜੀ ਬਿਲਕੁਲ, ਇਹਨਾਂ ਦੀ ਪ੍ਰੋਫਾਈਲ ਦੇ ਵਿੱਚ ਕੀ ਸੀ ਕਿ ਇੱਕ ਏਜ ਦਾ ਕੰਸਰਨ ਸੀ, ਦੂਸਰਾ ਵਿਦਆਊਟ ਆਈਲੈਟ ਸੀ ਤੇ ਇਹ ਸਾਡੇ ਕੋਲ ਆਉਂਦੇ ਆ ਕਿ ਆਸਟ੍ਰੇਲੀਆ ਤੁਸੀਂ ਵਿਦਆਊਟ ਆਈਲੈਟਸ ਸਾਡਾ ਕਹਿ ਲਓ ਕਿ ਸਟੱਡੀ ਕਰ ਦਿਓ ਜਾਂ ਕੁਝ ਵੀ ਕਰ ਦਿਓ ਕਿ ਸਾਨੂੰ ਆਸਟ੍ਰੇਲੀਆ ਦਾ ਵੀਜ਼ਾ ਚਾਹੀਦਾ ਹੈ, ਪਰ ਬਟ ਇਹਨਾਂ ਦੀ ਪ੍ਰੋਫਾਈਲ ਆਸਟ੍ਰੇਲੀਆ ਦੇ ਲਈ ਸਟੱਡੀ ਪ੍ਰੋਗਰਾਮ ਦੇ ਲਈ ਐਲੀਜੀਬਲ ਨਹੀਂ ਸੀ। ਸੋ ਅਸੀਂ ਇਹਨਾਂ ਨੂੰ ਪ੍ਰੋਪਰ ਗਾਈਡ ਕੀਤਾ ਕਿ ਤੁਸੀਂ ਗੋ ਫॉर ਦਾ ਕਲਚਰ ਐਕਸਚੇਂਜ, ਕਿ ਕਲਚਰ ਐਕਸਚੇਂਜ ਦੇ ਵਿੱਚ ਤੁਹਾਡੇ ਵੀਜ਼ਾ ਚਾਂਸਸ ਹੈਗੇ ਆ, ਤੁਸੀਂ ਇਸ ਵੀਜ਼ਾ ਕੈਟਾਗਰੀ ਦੇ ਵਿੱਚ ਆਪਣੀ ਐਪਲੀਕੇਸ਼ਨ ਲਗਾਓ ਤੇ ਵੀਜ਼ਾ ਆ ਜਾਊਗਾ ਤੁਹਾਡਾ। ਸੋ ਹੀ ਮਹਾਰਾਜ ਨੇ ਅੱਜ ਇਹਨਾਂ ਦੀ ਪਰਮਾਤਮਾ ਨੇ ਇਹਨਾਂ ਦੀ ਜਿਹੜੀ ਬਖਸ਼ਿਸ਼ ਸੁਣ ਲਈ ਹੈ, ਅੱਜ ਇਹਨਾਂ ਦਾ ਵੀਜ਼ਾ ਆ ਗਿਆ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੂੰ, ਬਹੁਤ ਬਹੁਤ ਮੁਬਾਰਕਾਂ ਦਿੰਦਾ ਕਿ ਤੁਹਾਡਾ ਵੀਜ਼ਾ ਆ ਗਿਆ। ਜੋ ਵੀ ਬੱਚਾ ਆਸਟ੍ਰੇਲੀਆ ਵਿਦਆਊਟ ਆਈਲੈਟ ਜਾਣਾ ਚਾਹੁੰਦਾ ਹੈ ਜਾਂ ਰਿਫਿਊਜ਼ ਹੋ ਚੁੱਕਿਆ ਹੈ, ਏਜ ਨੂੰ ਲੈ ਕੇ ਵਰੀਡ ਹੈ, ਪੈਰੈਂਟਸ ਨੂੰ ਲੈ ਕੇ ਵਰੀਡ ਹੈ, ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ। ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਅੱਜ ਦਾ ਦੂਸਰਾ ਕੈਨੇਡਾ ਦਾ ਵੀਜ਼ਾ ਅਚੀਵ ਕਰ ਲਿਆ। ਅੱਜ ਦੇ ਦਿਨ ਦਾ ਸਾਡਾ ਦੂਸਰਾ ਵੀਜ਼ਾ ਕੈਨੇਡਾ ਦਾ ਉਹ ਆ ਗਿਆ। ਇਹ ਲਵਪ੍ਰੀਤ ਸਿੰਘ, ਤੁਹਾਡਾ ਵੀਜ਼ਾ ਆ ਗਿਆ, ਬਹੁਤ ਬਹੁਤ ਮੁਬਾਰਕਾਂ। ਲਵਪ੍ਰੀਤ ਸਿੰਘ ਦਾ ਕੀ ਹੈਗਾ ਕਿ ਇਹਨਾਂ ਦੀ ਵਾਈਫ, ਇਹਦਾ ਵਾਈਫ ਰੂਪਾਲੀ ਇਹਨਾਂ ਦੀ ਵਾਈਫ ਹੈ, ਇਹ ਸਾਡੇ ਤੋਂ 4 ਮਹੀਨੇ ਪਹਿਲੇ 4-5 ਮਹੀਨੇ ਪਹਿਲੇ ਇਹਨਾਂ ਦਾ ਵੀਜ਼ਾ ਆਂਦਾ, ਰੂਪਾਲੀ ਕੈਨੇਡਾ ਬੈਠੇ ਆ। ਅੱਜ ਇਹਨਾਂ ਦਾ ਡਿਪੈਂਡੈਂਟ ਵੀਜ਼ਾ ਆ ਗਿਆ 4 ਮਹੀਨੇ ਬਾਅਦ। ਸੋ ਲਵਪ੍ਰੀਤ, ਤੁਹਾਡਾ ਸਾਡੀ ਕੰਪਨੀ ਨਾਲ ਕਿਵੇਂ ਦਾ ਐਕਸਪੀਰੀਅੰਸ ਰਿਹਾ, ਸਾਡੇ ਵਿਊਅਰਸ ਨੂੰ ਦੱਸੋ। ਸਰ, ਮੈਂ ਲਵਪ੍ਰੀਤ ਸਿੰਘ, ਪਿੰਡ ਮੁੱਲਾਂਪੁਰ, ਡਿਸਟ੍ਰਿਕਟ ਲੁਧਿਆਣਾ। ਸਰ, ਮੇਰੇ 15 ਫਰਵਰੀ ਨੂੰ ਬਾਇਓਮੈਟ੍ਰਿਕ ਹੋਏ ਸੀ ਤੇ ਮੇਰੀ ਮਿਸਿਸ ਦਾ ਵੀਜ਼ਾ ਵੀ ਇੱਥੋਂ ਅਪਲਾਈ ਕੀਤਾ ਸੀ ਤੇ ਉਹਨਾਂ ਦਾ ਰਿਜ਼ਲਟ ਪੋਜ਼ਿਟਿਵ ਆਇਆ ਤੇ ਇਸ ਕਰਕੇ ਫਿਰ ਮੈਂ ਵੀ ਇੱਥੋਂ ਆਪਣਾ ਟਰਾਈ ਕੀਤਾ ਤੇ ਮੇਰਾ ਰਿਜ਼ਲਟ ਪੋਜ਼ਿਟਿਵ ਆਇਆ। ਜੀ ਬਿਲਕੁਲ, ਐਕਚੁਅਲੀ ਕੀ ਹੁੰਦਾ ਹੈ ਕਿ ਕਈ ਵਾਰੀ ਸੁਣਨ ਚ ਆਉਂਦਾ ਹੈ ਕਿ ਯਾਰ ਕੈਨੇਡਾ ਸਪਾਊਸ ਕੇਸ ਦੇ ਉੱਤੇ, ਡਿਪੈਂਡੈਂਟ ਕੇਸ ਦੇ ਉੱਤੇ ਕੀ ਹੁੰਦਾ ਹੈ ਕਿ ਯਾਰ ਮੇਨ ਐਪਲੀਕੈਂਟ ਦਾ ਬਾਹਰ ਬੈਠਾ ਹੋਇਆ, ਉਹਨਾਂ ਦਾ ਜੋ ਸਪਾਊਸ ਹੈ, ਕਿਸੇ ਨੂੰ 6 ਮਹੀਨੇ ਹੋ ਗਏ, ਕਿਸੇ ਨੂੰ ਸਾਲ ਹੋ ਗਿਆ, ਕਿਸੇ ਨੂੰ 2 ਸਾਲ ਹੋ ਗਏ, ਕਿ ਸਟਿਲ ਉਹ ਇੱਥੇ ਬੈਠੇ ਹੋਏ ਆ। ਸੋ ਕਿਤੇ ਨਾ ਕਿਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਸਲਾਹ ਦੇਣਾ ਚਾਹੁੰਦਾ ਕਿ ਜੋ ਵੀ ਸਪਾਊਸ ਵੀਜ਼ਾ ਦੇ ਉੱਤੇ ਕੈਨੇਡਾ ਜਾਣਾ ਚਾਹੁੰਦੇ ਆ ਉਹ ਪਲੀਜ਼ ਸਾਡੇ ਨਾਲ ਸੰਪਰਕ ਕਰਨ, ਬਿਕੋਜ਼ ਜੋ ਪ੍ਰੋਪਰ ਗਾਈਡ ਕਰਕੇ ਅਸੀਂ ਉਹਨਾਂ ਨੂੰ ਅਸੈਸਮੈਂਟ ਦੇਵਾਂਗੇ ਉਹਨਾਂ ਦੇ ਲਈ ਬੈਨੀਫੀਸ਼ੀਅਲ ਰਹੂਗੀ ਔਰ ਉਹਨਾਂ ਦਾ ਵੀਜ਼ਾ ਵੀ ਆਊਗਾ। ਔਰ ਵਾਕਈ ਹੀ ਲਵਪ੍ਰੀਤ, ਤੇਰੀ ਵਾਲੀ ਗੱਲ ਕਿ ਜਦੋਂ ਇੱਕ ਬੰਦੇ ਦਾ ਕਿਤੇ ਨਾ ਕਿਤੇ ਵਿਸ਼ਵਾਸ ਬੈਠ ਜਾਂਦਾ ਤੇ ਉਹਨਾਂ ਦਾ ਕਹਿ ਲਓ ਕਿ ਕੁਦਰਤੀ ਕੇ ਚੱਲ ਪੈਂਦਾ। ਔਰ ਵਾਕਈ ਇਹਨਾਂ ਨੇ ਸਾਨੂੰ ਹਜੇ ਤੱਕ 3 ਕੇਸ ਦਿੱਤੇ ਆ ਤੇ ਤਿੰਨਾਂ ਦੇ ਹੀ ਵੀਜ਼ੇ ਆਏ ਆ। ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਯੂਕੇ ਦਾ ਇੱਕ ਹੋਰ ਵੀਜ਼ਾ ਡਿਪੈਂਡੈਂਟ ਕੇਸ ਦੇ ਉੱਤੇ ਅਚੀਵ ਕਰ ਰਿਹਾ, ਤਲਵਿੰਦਰ ਸਿੰਘ ਦਾ। ਸੋ ਤਲਵਿੰਦਰ ਸਿੰਘ, ਬਹੁਤ ਬਹੁਤ ਮੁਬਾਰਕਾਂ, ਤੁਹਾਡਾ ਵੀਜ਼ਾ ਆ ਗਿਆ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤਲਵਿੰਦਰ ਸਿੰਘ ਦੇ ਕੇਸ ਦੇ ਉੱਤੇ ਹੋਇਆ ਕਿਵੇਂ ਕਿ ਪਹਿਲੇ ਇਹ ਸਾਡੇ ਕੋਲ ਆਉਂਦੇ ਆ ਆਪਣੀ ਮਿਸਿਸ ਦੇ ਨਾਲ,
ਇਹਨਾਂ ਦੀ ਮਿਸਿਸ ਦਾ ਵੀਜ਼ਾ ਆ ਜਾਂਦਾ। ਦੇਖੋ ਜਦੋਂ ਕਦੇ ਵੀ ਇੱਕ ਬੰਦੇ ਦਾ ਜਾਂ ਕਹ ਲਓ ਕਿ ਇੱਕ ਪਰਿਵਾਰ ਦਾ ਇੱਕ ਏਜੰਟ ਨਾਲ ਵਿਸ਼ਵਾਸ ਬਣ ਜਾਂਦਾ ਨਾ, ਤਾਂ ਆਟੋਮੈਟਿਕ ਹੀ ਆਪਣਾ ਜਿਹੜਾ ਸਫ਼ਰ ਆ ਲੰਬਾ ਹੋ ਜਾਂਦਾ ਹੈ। ਹੁਣ ਹੋਇਆ ਕਿ ਇਹਨਾਂ ਦੇ ਕੇਸ ਦੇ ਵਿੱਚ ਇਹਨਾਂ ਦੀ ਮਿਸਿਸ ਦਾ ਵੀਜ਼ਾ ਆ ਗਿਆ। ਵੀਜ਼ਾ ਆਉਣ ਤੋਂ ਬਾਅਦ ਅਸੀਂ ਇਹਨਾਂ ਦੀ ਫਾਈਲ ਲਾਂਚ ਕੀਤੀ ਹੈ। ਹੁਣ ਜਿਵੇਂ ਯੂਕੇ ਸਾਨੂੰ 3 ਮਹੀਨੇ ਦਾ ਐਂਟਰੀ ਟਾਈਮ ਦਿੰਦਾ ਹੈ, ਉਹਦੇ ਵਿੱਚ ਇਹਨਾਂ ਦਾ ਰਿਜ਼ਲਟ ਨਹੀਂ ਸੀ ਆ ਰਿਹਾ, ਤੇ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਵਰਿਡ ਸੀ ਕਿ ਯਾਰ ਅਸੀਂ ਕਿਵੇਂ ਬਾਹਰ ਜਾਵਾਂਗੇ, ਇਕੱਠੇ ਜਾ ਪਾਵਾਂਗੇ ਜਾਂ ਨਹੀਂ ਜਾ ਪਾਵਾਂਗੇ। ਫਿਰ ਅਸੀਂ ਇਹਨਾਂ ਨੂੰ ਨਾ ਬੜੇ ਇੱਕ ਲੌਜੀਕਲੀ ਵੇ ਦੇ ਨਾਲ ਇਹਨਾਂ ਨੂੰ ਸਮਝਾਇਆ ਕਿ ਤੁਸੀਂ ਪਹਿਲੇ ਆਪਣੀ ਮਿਸਿਸ ਨੂੰ ਬਾਹਰ ਫਲਾਈ ਕਰਵਾਓ। ਫਿਰ ਇਹਨਾਂ ਦੀ ਕਮਿਟਮੈਂਟ ਸੀ, ਯਾਰ ਤੁਸੀਂ ਕਹਿੰਦੇ ਸੀ ਕਿ ਸੇਮ ਡੇ ਭੇਜੋਗੇ। ਫਿਰ ਅਸੀਂ ਕਿਹਾ ਕਿ ਉਹਨਾਂ ਦਾ ਟਾਈਮ ਪੀਰੀਅਡ ਥੋੜਾ ਜਿਗ ਜੈਗ ਹੋ ਰਿਹਾ, ਤੇ ਕਿਉਂਕਿ ਐਮਬੈਸੀ ਦਾ ਕੋਈ ਸਟੈਂਡਰਡ ਟਾਈਮ ਸਿਨੈਰੀਓ ਨਹੀਂ ਹੈ। ਜਦੋਂ ਆਪਣੀ ਫਾਈਲ ਲੱਗ ਜੇ, ਜੇ ਐਮਬੈਸੀ ਚਾਹੇ ਤਾਂ ਹੁਣੇ ਦੇ ਦੇ, ਨਹੀਂ ਚਾਹੇ ਤਾਂ 3 ਮਹੀਨੇ ਨਾ ਦੇਵੇ। ਸੋ ਉਹਦੇ ਵਿੱਚ ਇਹਨਾਂ ਦੀ ਮਿਸਿਸ ਬਾਹਰ ਚਲੇ ਜਾਂਦੇ ਆ। ਫਿਰ ਉਸ ਟਾਈਮ ਦੌਰਾਨ ਇਹਨਾਂ ਦੀ ਮਿਸਿਸ ਨੂੰ ਕਿੰਨਾ ਟਾਈਮ ਹੋ ਗਿਆ? ਤੁਹਾਡੀ ਮਿਸਿਸ ਨੂੰ ਮਹੀਨਾ ਹੋ ਗਿਆ। ਮਹੀਨੇ ਤੋਂ ਬਾਅਦ ਅੱਜ ਇਹਨਾਂ ਦਾ ਯੂਕੇ ਦਾ ਵੀਜ਼ਾ ਆ ਗਿਆ। ਸੋ ਬਹੁਤ ਬਹੁਤ ਮੁਬਾਰਕਾਂ।